ਖਾਲੀ ਖੂਹਾਂ ਦੀ ਕਥਾ। ਮੇਰਾ ਇਹ ਨਾਵਲ ਮੇਰੇ ਸਤਿਕਾਰਯੋਗ ਅਧਿਆਪਕ ਡਾਕਟਰ ਤੇਜਵੰਤ ਸਿੰਘ ਗਿੱਲ ਨੂੰ ਸਮਰਪਿਤ ਹੈ, ਜਿਨ੍ਹਾਂ ਕੋਲੋਂ ਮੈਂ ਸਰਕਾਰੀ ਕਾਲਜ ਲੁਧਿਆਣਾ ਵਿਖੇ 2 ਸਾਲ ਪੜ੍ਹਦਿਆਂ ਅੰਗਰੇਜ਼ੀ ਸਾਹਿਤ ਵਿੱਚ MA ਕੀਤੀ, ਜੋ ਉਸ ਸਮੇਂ ਵਿਦਿਆਰਥੀਆਂ ਵਿੱਚ ਬਹੁਤ ਹਰਮਨ ਪਿਆਰੇ ਇੰਗਲਿਸ਼ ਡਿਪਾਰਟਮੈਂਟ ਵਿੱਚੋਂ ਛੋਟੀ ਉਮਰ ਦੇ PhD ਸਨ। ਮੈਨੂੰ ਮਾਣ ਹੈ ਕਿ ਮੇਰੇ ਇਸ ਨਾਵਲ ਨੂੰ 2014 ਵਿੱਚ ਆਰੰਭ ਹੋਇਆ ਉਦਘਾਟਨੀ ਢਾਹਾਂ ਸਾਹਿਤ ਇਨਾਮ ਮਿਲਿਆ ਸੀ। ਮੇਰੀ ਇਸ ਰਚਨਾ ਵਿੱਚੋਂ ਤੁਸੀਂ ਪਿਛਲੇ 8 ਦਹਾਕਿਆਂ ਦੇ ਪੰਜਾਬੀ ਸਮਾਜ ਨੂੰ ਸਮੁੱਚਤਾ ਵਿੱਚ ਦੇਖ ਸਕਦੇ ਹੋ। ਮੇਰਾ ਨਾਨਕਾ ਪਿੰਡ। ਮਾਇਆ ਦੇ ਖੂਹ ਖਾਲੀ ਹੋ ਜਾਂਦੇ ਨੇ ਦੋਹਤਿਆ, ਜੇ ਬੰਦਾ ਕਮਾਊ ਨਾ ਹੋਵੇ, ਘਰ ਜੋੜੂ ਨਾ ਹੋਵੇ। ਇੱਕ ਕੜਕਦੀ ਦੁਪਹਿਰ ਨੂੰ ਆਪਣੇ ਖੂੰਡੇ ਉੱਪਰ ਝੁਕਿਆ ਖੜੋਤਾ ਨਾਨਾ ਡੂੰਘੀ ਚੁੱਪ ਵਿੱਚੋਂ ਬੋਲਿਆ। ਹਾਜ਼ਰੀ ਖਾ ਕੇ ਅਸੀਂ ਹਰ ਰੋਜ਼ ਡੰਗਰ ਲੈ ਕੇ ਨਹਿਰ ਵੱਲ ਨਿਕਲਦੇ। ਪਿੰਡ ਦੇ ਉੱਤਰ ਵੱਲ ਦੂਰ ਦਿਸਦੀ ਵੱਡੀ ਨਹਿਰ ਉੱਪਰਲੇ ਦਰੱਖਤਾਂ ਨੂੰ ਦੇਖ ਕੇ ਮੇਰਾ ਮਨ ਮਚਲਦਾ। ਉਸ ਤੋਂ ਥੋੜ੍ਹੀ ਉਰਾਂ ਪੰਜਾਂ ਪੀਰਾਂ ਕੋਲੋਂ ਲੰਘਦੀ ਉੱਚੇ ਖੰਭਿਆਂ ਵਾਲੀ ਭਾਖੜਾ ਲਾਈਨ ਨਜ਼ਰੀ ਪੈਂਦੀ। ਮੈਨੂੰ ਚਾਅ ਚੜ੍ਹਦਾ, ਮੇਰਾ ਅੱਗੇ ਤੋਂ ਅੱਗੇ ਜਾਣ ਨੂੰ ਦਿਲ ਕਰਦਾ। ਉੱਥੇ ਪਹੁੰਚਦੇ ਤਾਂ ਦੂਰ ਤੱਕ ਚਰਦੀਆਂ ਲਵੇਰੀਆਂ ਦੇ ਮੋੜੇ ਲਾਉਂਦਾ ਮੈਂ ਜਲਦੀ ਅੱਕ ਜਾਂਦਾ। ਅੱਖਾਂ ਅੱਗੇ ਧੁੱਪ ਨੱਚਦੀ, ਜਿਵੇਂ ਪਾਣੀ ਦੀਆਂ ਲਹਿਰਾਂ ਉੱਠਦੀਆਂ ਹੋਣ, ਪਰ ਪਾਣੀ ਕਿਤੇ ਨਾ ਮਿਲਦਾ। ਧੁੱਪ ਵੀ ਤੇਰੇ ਵਾਂਗੂ ਨਾਨਕੀ ਛੁੱਟੀਆਂ ਕੱਟਣ ਆਈ ਹੋਈ ਹੈ, ਨਾਨਾ ਮੁਸਕਰਾਉਂਦਾ। ਮੈਂ ਦੂਰ ਨਿਕਲੀ ਕਿਸੇ ਮੱਝ ਜਾਂ ਗਊ ਨੂੰ ਮੋੜ ਕੇ ਲਿਆਉਂਦਾ। ਲਾਲ ਸੁਰਖ ਚਿਹਰੇ ਨਾਲ ਪੁੱਛਦਾ, ਇਹਨੇ ਦਾਦਕੀ ਕਦੋਂ ਜਾਣਾ? ਇਹਨੂੰ ਆਖੋ ਇਹ ਮੇਰੇ ਹੁੰਦੇ ਨਾਨਕੀ ਨਾ ਹੀ ਆਇਆ ਕਰੇ। ਮੈਨੂੰ ਜਾਪਦਾ ਜਿਵੇਂ ਧੁੱਪ ਮੇਰੇ ਪਿੱਛੇ ਦੜਿਕਦੀ ਮੇਰੀ ਪਿੱਠ ਉੱਤੇ ਘਰੂੜ ਵੱਢ ਰਹੀ ਹੋਵੇ। ਬੱਟੋ ਬੱਟ ਗੋਲ ਪਗੜੀ ਉੱਪਰ ਭਾਰੀ ਖੇਸ ਦੀ ਝੁੰਮੀ ਮਾਰੀ ਖੜਾ ਨਾਨਾ ਕਿਸੇ ਝਾੜੀ ਵਰਗਾ ਲੱਗਦਾ। ਹਫਿਆ ਹੋਇਆ ਮੈਂ ਨਜ਼ਦੀਕ ਪਹੁੰਚਦਾ। ਉਸ ਦੀ ਚਿੱਟੀ ਕੁੱਕੜ ਦਾੜ੍ਹੀ ਅਤੇ ਨੰਗੇ ਪਿੰਡੇ ਉੱਪਰਲੇ ਖਿਚੜੀ ਵਾਲ ਚਮਕਦੇ। ਤੁਹਾਡੇ ਭਲਾ ਇੰਨੇ ਵਾਲ ਕਿੱਥੋਂ ਆ ਗਏ? ਇੱਕ ਵਾਰੀ ਮੇਰੇ ਬਾਲਮਨ ਨੇ ਪੁੱਛਿਆ। ਜਦ ਮੈਂ ਉੱਪਰੋਂ ਹੇਠਾਂ ਆਉਣ ਲੱਗਿਆ ਤਾਂ ਰੱਬ ਨੇ ਇੱਕ ਮੁੱਠੀ ਵਾਲਾਂ ਦੀ ਵਾਧੂ ਭਰ ਕੇ ਮੇਰੇ ਮਗਰ ਭਗਾ ਕੇ ਮਾਰੀ। ਔਰ ਪਾਸ਼ੀ ਪੁੱਤ ਨਾਲ ਇਹ ਦੂਈ ਦੁੱਖਾਂ ਦੀ ਛੜਤੀ। ਗਹਿਰ ਗੰਭੀਰ ਨਾਨਾ ਉਵੇਂ ਸੋਫੀ ਬੱਟੀ ਖੜਾ ਸੀ, ਜਿਵੇਂ ਵੇਲੇ ਨੂੰ ਯਾਦ ਕਰਕੇ ਪਛਤਾ ਰਿਹਾ ਹੋਵੇ। ਦੁੱਖ ਦੀਂਦੇ ਤਾਂ ਕਿਧਰੇ ਹੈ ਨਹੀਂ। ਮੈਂ ਆਲੇ ਦੁਆਲੇ ਦੇਖਿਆ। ਐਕਣ ਨਹੀਂ ਦਿਖਦੇ ਦੋਹਤਿਆ, ਇਹ ਸਰੀਰਾਂ ਨਾਲ ਹੰਡਾਉਣੇ ਪੈਂਦੇ। ਇਹ ਧਨ ਦੀ ਰਾਖ ਬਣਾ ਧਰਦੇ, ਤਨ ਮਨ ਨੂੰ ਵੀ ਚਿੱਬ ਖੜੱਬਾ ਕਰਕੇ ਰੱਖ ਦਿੰਦੇ। ਮੈਨੂੰ ਵੀ ਹੰਡਾਉਣੇ ਪੈਣਗੇ। ਮੈਂ ਦਹਿਲ ਗਿਆ ਸਾਂ। ਉਹ ਸੁੱਖ ਬੋਲ ਪਾਸ਼ੀ, ਸਾਡੀ ਤਾਂ ਬਾਂਹ ਫੜਨ ਵਾਲਾ ਕੋਈ ਨਹੀਂ ਸੀ। ਤੁਹਾਡੇ ਮਾਪੇ ਸੁੱਖ ਨਾਲ ਜਿਉਂਦੇ ਵਸਦੇ ਰਹਿਣ। ਉਦਣ ਵੀ ਨਾਨੇ ਨੇ ਇੱਕ ਹੋਰ ਕਥਾ ਛੋਹ ਲਈ ਸੀ। ਮੇਰਾ ਮਸੀਰ ਦੀਪਾ ਅਤੇ ਮੈਂ ਨਾਨਕੀ ਪਲੇ ਸਾਂ। ਕੁਝ ਹੁਸ਼ਿਆਰ ਹੋਏ ਤਾਂ ਸਾਨੂੰ ਦਾਦਕੇ ਜਾਣਾ ਪਿਆ। ਜੇ ਹੋਰ ਨਹੀਂ ਤਾਂ ਮੁੰਡੇ ਹਾਜ਼ਰੀ ਦੁਪਹਿਰਾ ਖੂਹ 'ਤੇ ਉੱਪੜਦਾ ਕਰਦਿਆ ਕਰਨਗੇ, ਖੂਹ ਹੱਕਦਿਆ ਕਰਨਗੇ। ਸਾਡੇ ਇਕੱਲੇ ਇਕਲਾਪੇ ਮਾਪੇ ਸੋਚਦੇ। ਪਰ ਗਰਮੀ ਦੀਆਂ ਛੁੱਟੀਆਂ ਮਿਲਦੇ ਸਾਰ ਅਸੀਂ ਰਾਏਪੁਰ ਵੱਲ ਨੱਠ ਲੈਂਦੇ। ਸੂਏ ਦੀ ਪਟੜੀ ਪਏ ਚਾਲੋ ਚਾਲ ਤੁਰਦੇ। 3-4 ਘੰਟਿਆਂ ਮਗਰੋਂ ਲਾਲ ਗੁਲਾਲ ਚਿਹਰੇ ਲਈ ਨਾਨਕੇ ਪਿੰਡ ਨੂੰ ਜਾ ਨਮਸਕਾਰ ਕਰਦੇ। ਮੁੱਖ ਦਰਵਾਜ਼ਾ ਵੜਦੇ ਸਾਰ ਠੰਡ ਵਰਤ ਜਾਂਦੀ। 2 ਥੰਮਲਿਆਂ ਉੱਪਰ ਟਿਕਾਈ ਭਾਰੀ ਲਟੈਣ ਉੱਤੇ ਕਬੂਤਰਾਂ ਦੀ ਗੁਟਰ ਗੂੰ ਸੁਣਾਈ ਦਿੰਦੀ ਅਤੇ ਦਰਵਾਜ਼ੇ ਅੰਦਰੋਂ ਬੱਕਰੀਆਂ ਦੇ ਬਾੜੇ ਵਰਗਾ ਮੁਸ਼ਕ ਆਉਂਦਾ। ਪਿੰਡ ਦੇ ਦਰਵਾਜ਼ੇ ਤੋਂ ਪਾਰ ਹਮੇਸ਼ਾ ਵਾਂਗ ਲਾਲਾ ਰਾਮਦਿਆਲ ਦੀ ਹੱਟੀ ਦਿਸਦੀ, ਜਿਸ ਦੀ ਲੋਹੇ ਦੀ ਝਾਲਰ ਉੱਤੇ ਲਟਕਵੇਂ ਛੱਜੇ ਵਾਲਾ ਚੁਬਾਰਾ ਸਿੱਧਾ ਸਤੋਰ ਖੜੋਤਾ ਦਿਖਾਈ ਦਿੰਦਾ। ਅਸੀਂ ਡੂੰਘੀ ਜੀ ਦੁਕਾਨ ਅੰਦਰ ਦੇਖਦੇ ਤਾਂ ਭੂਰੀ ਦਾੜ੍ਹੀ ਵਾਲਾ ਗੋਰਾ ਨਿਸ਼ੋ ਗੰਜਾ ਲਾਲਾ ਸਾਡੇ ਵੱਲੋਂ
ਉੱਪਰੋਂ ਥਲੀ ਮੱਥਾ ਟੇਕਦੇ ਆ। ਨਾਨਾ ਜੀ ਮੱਥਾ ਟੇਕਦਿਆਂ ਦੇ ਜਵਾਬ ਵਜੋਂ ਮੁਸਕਰਾਉਂਦਾ, ਨੇੜੇ ਪਈ ਪੁਰਾਣੀ ਪੀਪੀ ਵਿੱਚ ਆਪਣਾ ਝੁਰਾਲਿਆ ਹੱਥ ਪਾਉਂਦਾ ਅਤੇ ਭੋਰੇ ਚੂਰੇ ਨਾਲ ਸਾਡਾ ਮੂੰਹ ਮਿੱਠਾ ਕਰਾਉਂਦਾ। 4-5 ਕਦਮਾਂ ਅੱਗੇ ਉਂਗਲੀ ਵੱਢ ਹਰਨਾਮ ਸਿੰਘ ਦੀ ਬੈਠਕ ਲੰਘ ਕੇ ਨਾਈਆਂ ਦਾ ਘਰ ਸੀ, ਜਿਹੜਾ ਸਦਾ ਹੀ ਖੁੱਲ੍ਹਾ ਰਹਿੰਦਾ, ਜਿਸ ਦੀ ਉੱਚੀ ਦੇਹਲੀ ਉੱਤੇ ਬੈਠੀ ਝੁਰੜਾਏ ਚਿਹਰੇ ਵਾਲੀ ਜਿਉਣੀ ਨਾਇਣ ਦੇ ਅਸੀਂ ਪੈਰੀਂ ਹੱਥ ਲਾਉਂਦੇ ਤਾਂ ਅਸੀਸਾਂ ਦਿੰਦੀ ਉਸ ਦੀ ਲੰਬੀ ਲਟਕਵੀਂ ਆਵਾਜ਼ ਕਿਸੇ ਹਾਲੀ ਪਾਲੀ ਦੀ ਹੇਕ ਵਾਂਗ ਉੱਠਦੀ ਅਤੇ ਕਾਲੂ ਬਾਹਮਣ ਦੇ ਕੋਠੜੇ ਉੱਪਰੋਂ ਤਿਲਕਦੀ ਸਾਡੇ ਨਾਨਕਿਆਂ ਦਾ ਬੂਹਾ ਜਾ ਖੜਕਾਉਂਦੀ। ਨੀ ਪ੍ਰੀਤਮ ਕੁਰੇ, ਨੀ ਅਮਰੋ ਅੜੀਏ। ਮੈਂ ਕਿਹਾ, ਸੁਣਦੀਆਂ ਹੋ, ਤੁਹਾਡੇ ਸਾਹਿਬਜ਼ਾਦੇ ਆ ਗਏ ਨਹੀਂ ਭਲਿਓ। ਅਸੀਂ ਦਵਾ ਦਵ ਅੱਗੇ ਤੁਰਦੇ। ਨੀਵੀਂ ਬੀਹੀ ਦੇ ਸਾਰੇ ਕੰਧਾਂ ਕੌਲਿਆਂ ਉੱਪਰਲੀ ਦੁਪਹਿਰ ਖਿੜੀ ਹੁਣ ਗੂੜੀ ਪਾ ਮਾਰਦੀ। ਕਾਲੂ ਦਾ ਮੋੜ ਮੁੜ ਕੇ ਨਾਨਕਿਆਂ ਦੇ ਦਰ ਵੜਦੇ। ਬਨੇਰੇ ਉੱਤੇ ਸਵੇਰ ਤੋਂ ਕੁਰਲਾਉਂਦਾ ਰਿਹਾ ਕਾਲਾ ਕਾਂ ਸਾਡੇ ਪਿੰਡ ਵੱਲ ਉਡਾਰੀ ਮਾਰ ਜਾਂਦਾ। ਮਿੱਠੀ ਨਾਨੀ ਭੱਜ ਕੇ ਅੱਗੇ ਆਉਂਦੀ, ਸਾਨੂੰ ਘੁੱਟ-ਘੁੱਟ ਜੱਫੀਆਂ ਪਾਉਂਦੀ, ਚੁੰਮ-ਚੁੰਮ ਗਲ ਨਾਲ ਲਾਉਂਦੀ, ਜਾਮੇ ਵਿੱਚ ਨਾ ਸਮਾਉਂਦੀ। ਜਿਉਣੀ ਦੇ ਜਥੇ ਨਾਲ ਕਈ ਹੋਰ ਨਾਨੀਆਂ, ਮਾਸੀਆਂ, ਮਾਮੀਆਂ ਪਤਾ ਨਹੀਂ ਇੰਨੀ ਜਲਦੀ ਕਿੱਧਰੋਂ ਆ ਜਾਂਦੀਆਂ। ਮੱਥਾ ਟੇਕਦੇ ਅਸੀਂ ਹਫ ਜਾਂਦੇ। ਸਾਡੇ ਸਿਰ ਪਲੋਸਦੀਆਂ, ਮੂੰਹ ਮੱਥਾ ਚੁੰਮਦੀਆਂ, ਆਂਢ ਗੁਆਂਢ ਦੀਆਂ ਇਹ ਨਾਨਕੀਆਂ ਗੁਟਕੀ ਜਾਂਦੀਆਂ। ਇਹਨਾਂ ਢਾਹੇ ਵਾਲਿਆਂ ਦੇ ਤਾਂ ਜਾਣੀ ਦੀ ਦਾਣੇ ਮੁੱਕ ਗਏ। ਕੋਈ ਜਣੀ ਬੰਗਾਂ ਛਣਕਾਉਂਦੀ, ਨਹੀਂ ਆਹੋ ਭੈਣੋ, ਤਾਂ ਹੀ ਆ ਗਏ ਨੇ ਝੋਲਿਆਂ 'ਚ ਪਾਟੇ ਪੁਰਾਣੇ ਕੱਪੜੇ ਪਾ ਕੇ। ਕਿਸੇ ਦਾ ਹਾਸਾ ਸੁੱਕੀ ਹੋਈ ਸਣ ਦੇ ਘੁੰਗਰੂਆਂ ਵਾਂਗ ਛਣਕਦਾ। ਕੋਈ ਟੀਕੂ ਟੀਕੂ ਕਰਦੀ ਆਵਾਜ਼ ਵਿੱਚ ਫਲ ਟੁੱਕਦੇ ਤੋਤਿਆਂ ਵਾਂਗ ਟਿਆਂਕਦੀ, ਨਹੀਂ ਬੱਸ ਵੀ ਕਰੋ ਖੁੱਥੜੋ, ਹੱਦੇ ਹੋ ਗਈ ਤੁਹਾਡੇ ਵਾਲੀ ਤਾਂ। ਇੰਨਾ ਕਿਉਂ ਖਿਜਾਉਂਦੀਆਂ ਉਹ ਸਾਡੇ ਦੋਹਤਮਾਨਾਂ ਨੂੰ। ਗੁਆਂਢਣ ਮਾਮੀ ਮਲਕੀਤੋ ਆਪਣੀਆਂ ਸੁਰਮੇ ਵਾਲੀਆਂ ਮੋਟੀਆਂ ਅੱਖਾਂ ਮਟਕਾਉਂਦੀ ਬੰਸਰੀ ਵਰਗੀ ਆਵਾਜ਼ ਨਾਲ ਸਾਡਾ ਪੱਖ ਪੂਰਦੀ, ਪਰ ਝੱਟਪਟ ਉਸ ਦੇ ਮੂੰਹੋਂ ਵੀ ਕੋਈ ਮਿੱਠੀ ਮਸ਼ਕਰੀ ਸੁਣਾਈ ਦਿੰਦੀ। ਟੁਕੜੇ ਖਾਂਦੇ, ਡੰਗ ਟਪਾਏ, ਕੱਪੜੇ ਪਾਟੇ ਨਾਨਕੀ ਆਏ, ਹਾਸੜ ਮਚ ਜਾਂਦੀ। ਉਂਗਲੀ ਵੱਢ ਹਰਨਾਮੇ ਲੰਬੜਦਾਰ ਦੀ ਘਰਵਾਲੀ ਚਿੱਟੀ ਤਾਈ ਆਪਣੀ ਗੋਰੀ ਠੋਡੀ ਉੱਪਰ ਖੁਣਿਆ 5 ਦਾਣਾ ਲਿਸ਼ਕਾਉਂਦੀ, ਹਲਕੀ ਹਵਾ ਦੇ ਬੁੱਲੇ ਵਾਂਗ ਰੁਮਕਦੀ ਡੰਡਿਆਂ ਵਾਲੀ ਖਿੜਕੀ ਪਰੇ ਹਟਾ ਕੇ ਕੱਚੇ ਬਾਗਲੇ ਵਿੱਚ ਆ ਵੜਦੀ। ਨਾਨਕੇ ਮੋਹ ਦੇ ਬੁੰਦਲਾਏ ਝੁੰਝਲਾਏ ਅਸੀਂ ਮੱਥਾ ਟੇਕਦੇ ਤਾਂ ਉਹ ਗੁਰਪ੍ਰਸਾਦ ਆਖਦੀ, ਸਾਨੂੰ ਘੁਰਕਦੀ, ਸਤਿ ਸ੍ਰੀ ਅਕਾਲ ਕਹੀਦੀ ਹੈ। ਲੱਗਦੇ ਹੋਏ ਨੇ ਮੱਥਾ ਠੋਕਣ ਦੇ। ਦੋਏ ਹੱਥ ਜੋੜ ਕੇ ਫਤਿਹ ਗਜਾਈ ਦੀ ਹੈ, ਗੁਰਮੁਖੋ। ਫਿਰ ਉਹ ਸਿੱਧੀ ਮੇਰੇ ਦਾਦੇ ਨੂੰ ਮੁਖਾਤਬ ਹੁੰਦੀ, ਸਾਈਂ ਓਏ ਸਾਈਂ, ਸਾਈਂ ਗੱਠੇ ਨਾ ਖਾਈ, ਭੂਕਾਂ ਕੌੜੀਆਂ। ਸਾਈਂ ਨੇ ਕੀਤਾ ਫਿਰ ਫੌਜਾਂ ਦੌੜੀਆਂ। ਸਭ ਦੀ ਚਿੱਟੀ ਤਾਈ ਮੂੰਹ ਨਾਲ ਫਰ ਫਰ ਪੂੰ ਪੜਾਂ ਕਰਦੀ, ਹੱਥਾਂ ਬਾਹਾਂ ਨਾਲ ਸ਼ਿਸ਼ਤਾਂ ਲਾਉਂਦੀ, ਨੱਚਦੀ, ਧਮੱਚੀ ਪੁੱਟ ਦਿੰਦੀ। ਮੈਨੂੰ ਤੇ ਦੀਪੇ ਨੂੰ ਬਾਰ-ਬਾਰ ਬਾਹਾਂ ਤੋਂ ਚੁੱਕਦੀ, ਘਮੇਟਣੀਆਂ ਖੰਬਾਉਂਦੀ, ਬਾਬ ਰੋਲਾ ਬਣ ਜਾਂਦੀ। ਮੇਰੇ ਪੈਰ ਉਖੜਦੇ, ਮਸਾਂ ਡਿੱਗਣੋਂ ਸੰਭਲਦਾ, ਮੂੰਹ ਜਿਹਾ ਬਣਾਉਂਦਾ ਤਾਂ ਉਹ ਮੈਨੂੰ ਆਪਣੀ ਬੱਖੀ ਨਾਲ ਘੁੱਟ ਲੈਂਦੀ, ਵੀ ਗਾਹਾਂ ਨਹੀਂ ਕੁਛ ਬੋਲੋਗੇ, ਕਿਆ ਖਬਰਾਂ ਨੇ ਸਾਡੀ ਕੈਲੋ ਜੈਲੋ ਦੀਆਂ। ਅਸੀਂ ਤਾਂ ਗਰੀਬੋ ਗਰੀਬੀ ਲੋੜਕੂ ਘਰ ਦੇਖੇ ਤੇ ਤੁਹਾਡੇ ਦਾਦਕਿਆਂ ਦੀਆਂ ਜ਼ਮੀਨਾਂ ਨਹੀਂ ਸੀ ਦੇਖੀਆਂ। ਉਹ ਮੇਰੀ ਮਾਸੀ ਤੇ ਬੀਬੀ ਦੀ ਸੁੱਖ ਸਾਂਦ ਪੁੱਛਦੀ ਬੈਠ ਜਾਂਦੀ, ਆਪਣੀ ਖੁਣੀ ਹੋਈ ਠੋਡੀ ਉੱਪਰ ਉਂਗਲੀ ਟਿਕਾਈ, ਟਿਕਟਕੀ ਲਾਈ, ਸਾਡੇ ਵੱਲ ਦੇਖਦੀ ਰਹਿੰਦੀ। ਜਦੋਂ ਉਸ ਦੀਆਂ ਭੁੱਖੀਆਂ ਅੱਖਾਂ ਤੋਂ ਤਰਹਿੰਦੀ ਵੱਡੀ ਨਾਨੀ ਝਿੜਕਣ ਵਾਂਗ ਆਖਦੀ, ਨਹੀਂ ਬੱਸ ਕਰੋ ਚਿੱਟੀਏ, ਦੇਖ ਤਾਂ ਕੀ ਹਾਲ ਬਣਾਤਾ ਮੇਰੇ ਰੂਪ ਬਸੰਤ ਦਾ ਕੁਤੱਥੀਆਂ ਨੇ। ਕਿੰਨੀ ਦੇਰ ਤੋਂ ਆਪਣੀ ਬਾਰੀ ਉਡੀਕਦੀ ਵੱਡੀ ਨਾਨੀ ਸਾਨੂੰ ਇਕੱਲੇ ਨੂੰ ਜੱਫੀ ਵਿੱਚ ਘੁੱਟਦੀ। ਉਸਦੇ ਘਸਮੈਲੇ ਵਸਤਰਾਂ ਵਿੱਚੋਂ ਕੱਚੇ ਦੁੱਧ ਦੀ ਵਾਸ਼ਨਾ ਆਉਂਦੀ। ਸਾਰੀਆਂ ਨਾਨਕੀਆਂ ਨੂੰ ਭਰਿੰਡਾਂ ਦਾ ਖੱਖਰ ਆਖਦੀ ਨਾਨੀ ਪ੍ਰੀਤਮ ਕੌਰ ਸਾਨੂੰ ਸਾਹਮਣੇ ਕੱਚੇ ਬਰਾਂਡੇ ਹੇਠ ਬਿਠਾਉਂਦੀ, ਮੋਟੀ ਮਲਾਈ ਵਾਲਾ ਬਦਾਮੀ ਦੁੱਧ ਪਿਲਾਉਂਦੀ, ਉਨੀਆਂ ਹੀ ਮਿੱਠੀਆਂ ਗੱਲਾਂ ਛੋਹਦੀ। ਮਾਂ ਸਦਕੇ ਮੇਰੇ ਦੋਹਤਿਆਂ ਤੋਂ ਮੈਂ ਸੋਚਦੀ ਤੀ ਵੀ ਅੱਜ ਸਵੇਰ ਦਾ ਹੀ ਕਿਉਂ ਕੁਰਲੀਆਂ ਕਰੀ ਜਾਂਦਾ।
ਹੁਣ ਪਤਾ ਲੱਗਿਆ ਵੀ ਰੱਬ ਦੇ ਉਸ ਜੀ ਜਨੌਰ ਨੂੰ ਤਾਂ ਪਹਿਲਾਂ ਤਾਰਾਂ ਖੜਕ ਗਈਆਂ ਤੀਆਂ ਵੀ ਅੱਜ ਪ੍ਰੀਤਮ ਕੌਰ ਦੇ ਰੂਪ ਤੇ ਬਸੰਤ ਨੇ ਇੱਧਰ ਨੂੰ ਚਾਲੇ ਪਾਏ ਨੇ। ਕਾੜਨੀ ਵਿੱਚੋਂ ਕੱਢਿਆ ਦਿਨ ਦਾ ਦੁੱਧ ਅਸੀਂ ਗਟਾਗਟ ਪੀ ਜਾਂਦੇ। ਮੇਰਾ ਮਸੇਰ ਤਾਂ ਪਿੱਤਲ ਦੇ ਖਾਲੀ ਹੋਏ ਕੱਪ ਨੂੰ ਡੰਡੀ ਤੋਂ ਫੜ ਕੇ ਡਮਕ ਦੇ ਕੇ ਤਲੀ ਦਿੱਤੇ ਫਰਸ਼ ਉੱਪਰ ਖੜਕਾਉਂਦਾ, ਦੁਧੌੜੀ ਵੱਲ ਦੁਬਾਰਾ ਦੇਖਦਾ। ਮੈਂ ਕਿਹਾ ਤੂੰ ਕਿੱਧਰ ਖੇਲੇ ਪੈ ਗਿਆ ਪਾਸ਼ੀ ਪੁੱਤਰਾ। ਹੱਥਾਂ ਦੀ ਘਾਸ ਨਾਲ ਕੂਲੇ ਹੋਏ ਖੁੰਡੇ ਸਹਾਰੇ ਖੜੁੱਤੇ ਨਾਨੇ ਨੇ ਉਸ ਦਿਨ ਉੱਚੀ ਹੱਕ ਮਾਰੀ ਤਾਂ ਅਜਿਹੇ ਖਿਆਲਾਂ ਵਿੱਚ ਖੁੱਭਿਆ ਮੈਂ ਤਰਬਕਿਆ। ਝਟਪਟ ਮੀਣੀ ਮੱਝ ਵੱਲ ਭੱਜਿਆ ਜਿਹੜੀ ਨੀਵੀਂ ਪਾਈ ਪੰਜਾਂ ਪੀਰਾਂ ਨੇੜਲੇ ਤਲਾਬ ਵੱਲ ਸਿੱਧੀ ਨੱਠੀ ਜਾ ਰਹੀ ਸੀ। ਜਿੱਥੋਂ ਉਹ ਇਉਂ ਤੁੱਸ ਦੇ ਕੇ ਭੱਜਦੀ ਤਾਂ ਉਸ ਨੂੰ ਰੋਕਣ ਵਾਲਾ ਕੋਈ ਜੰਮਿਆ ਨਹੀਂ ਸੀ। ਨਾਨੇ ਦੀ ਭਾਰੀ ਡਾਂਗ ਵੀ ਮੀਣੀ ਨੂੰ ਡਰਾ ਨਾ ਸਕਦੀ। ਇਹਨੇ ਭਖੀ ਭਖਾਈ ਨੇ ਟੋਭੇ ਜਾ ਵੜਨਾ ਔਰ ਉਸੇ ਵਕਤ ਇਹਨੂੰ ਮਲਮਾ ਹੋਇਆ ਸਮਝੀ। ਨਾਨਾ ਚਰਨ ਸਿੰਘ ਨੇ ਤੌਖਲਾ ਜ਼ਾਹਰ ਕੀਤਾ। ਉਹ ਆਪ ਵੀ ਡਿਓ ਕਰਦਾ ਤਲਾਬ ਵੱਲ ਨੱਠਿਆ। ਖੋਲੀ ਨਾ ਹੋਵੇ ਕਿਸੇ ਥਾਂ ਦੀ ਬੁੱਚੜਾਂ ਦੇ ਦੇਣ ਜੋਗੀ। ਨਾਨਾ ਕੜਕਿਆ, ਤੂੰ ਹੁਣ ਪਿੱਛੇ ਹਟ ਜਾ, ਘੱਗ 'ਚ ਅੜਕ ਕੇ ਗਿਰ ਜਾਏਗਾ। ਇਹ ਤਾਂ ਮਰ ਕੇ ਰਹੂਗੀ ਮਾਂ, ਉਸਨੇ ਹੌਂਕਦੇ ਹੋਏ ਨੇ ਨਿੱਗਰ ਗਾਲ ਕੱਢੀ। ਮੈਂ ਕੁਝ ਦੇਰ ਚੁੱਪ ਰਿਹਾ। ਜੇ ਮੈਂ ਟੋਭੇ 'ਚ ਵੜ ਜਾ ਮਲਮਾ ਮੈਨੂੰ ਵੀ ਹੋ ਜੂ। ਮੈਂ ਗਰਮੀ ਤੋਂ ਦੁਖੀ ਹੋਇਆ ਨਹਾਉਣਾ ਚਾਹੁੰਦਾ। ਜੇ ਇੱਕ ਨੇ ਭਖਿਆ ਭਖਾਇਆ ਛਾਲ ਮਾਰੇਗਾ ਤੂੰ ਗਰਮ ਸਰਦ ਕਿਉਂ ਨਹੀਂ ਹੋਏਗਾ? ਨਾਨਾ ਖਿੱਚ ਕੇ ਪਿਆ। ਗਰਮ ਸਰਦ ਭਲਾ ਮਲਮਾ ਹੁੰਦਾ? ਮੈਂ ਪੁੱਛਿਆ। ਆਹੋ, ਹੱਡ ਪੈਰ ਟੁੱਟਦੇ ਰਹਿੰਦੇ ਯਾਰ, ਬੁਖਾਰ ਹੋ ਜਾਂਦਾ। ਨਾਨਾ ਬੋਲਿਆ। ਦੀਪਾ ਉਦਣ ਘਰ ਰਹਿ ਪਿਆ ਸੀ। ਬਰਸਾਤੀ ਪਾਣੀ ਨਾਲ ਪਈਆਂ ਘੱਗਾਂ ਵਿੱਚ ਭੱਜਣ ਕਰਕੇ ਉਸਦੇ ਮੋਹ 'ਚ ਆ ਗਈ ਸੀ। ਫੋੜੇ ਵੀ ਨਿਕਲੇ ਹੋਏ ਸਨ। ਸਿਰ ਹੋੜ ਮੀਣੀ ਰੁਕੀ ਨਹੀਂ। ਫਿਰ ਬਾਕੀ ਦੇ ਵੱਗ ਨੂੰ ਕੌਣ ਰੋਕਦਾ? ਰੱਜੀਆਂ ਕੁੱਖਾਂ ਵਾਲੀਆਂ ਗਾਵਾਂ ਮੱਝਾਂ ਬੱਛੀਆਂ ਕੱਟੀਆਂ ਇੱਕ ਦੂਜੀ ਨਾਲ ਪਿੰਡੇ ਘਸਰਾਉਂਦੀਆਂ ਧੁੱਸ ਦੇ ਕੇ ਟੋਭੇ ਜਾ ਬਣੀਆਂ। ਸੰਘਣੇ ਅੰਬਾਂ ਵਿਚਾਲੇ ਘਿਰੇ ਤਲਾਅ ਵਿੱਚ ਜਿਹੜਾ ਉੱਚੇ ਟਿੱਬਿਆਂ ਵਿੱਚ ਵਿਛਿਆ ਬਾਹਰਲਾ ਤਲਾਅ ਅਖਵਾਉਂਦਾ। ਇਹ ਪੰਜਾਂ ਪੀਰਾਂ ਦੀ ਮਿਹਰ ਸਦਕਾ ਹੀ ਪ੍ਰਗਟ ਹੋਇਆ ਸੀ, ਜਿਵੇਂ ਸਾਰਾ ਰਾਏਪੁਰ ਮੰਨਦਾ। ਹਾੜ ਦੀ ਧੁੱਪ ਦਾ ਸਤਾਇਆ ਮੈਂ ਕਦੋਂ ਦਾ ਸ਼ਾਮ ਵਿੱਚ ਸੁਸਤਾਉਣਾ ਲੋਚਦਾ, ਪਰ ਨਾਨਾ ਚਰਨ ਸਿੰਘ ਦੀ ਦਹਿਸ਼ਤ ਕਾਰਨ ਸਿੱਧਾ ਆਖਣਾ ਮੁਸ਼ਕਲ ਸੀ। ਜੇ ਕਹਿ ਵੀ ਦਿੰਦਾ ਤਾਂ ਨਾਨੇ ਨੇ ਮੰਨਣਾ ਨਹੀਂ ਸੀ। ਉਹ ਕੁੰਟਿਆ ਹੁੰਦਾ ਤਾਂ ਝਿੜਕ ਮਾਰਦਾ, ਨਿਹਾਲ ਹੋ ਜਾਂਦਾ, ਫਿਰ ਬਹਾਨੇ ਲਾਉਂਦਾ। ਮੈਂ ਕਿਹਾ ਮੇਰੀ ਗੱਲ ਤਾਂ ਸੁਣ ਲੈ ਪਾਸ਼ੀ ਪੁੱਤ, ਗੁੱਜਰਾਂ ਦਾ ਯੂਸਫ ਭਲਾ ਤੈਂ ਪਿੰਡ ਨੂੰ ਮੁੜਦਾ ਦੇਖਿਆ? ਸਵੇਰ ਦਾ ਬਲੋਲਪੁਰ ਕੰਨੀ ਨਿਕਲਿਆ ਹੋਇਆ। ਮੈਂ ਤਾਂ ਉਸੇ ਨੂੰ ਉਡੀਕਦਾ। ਨਾਨੇ ਦੀ ਨੁਹਾਰ ਖਿੜ ਉੱਠਦੀ। ਜੇ ਮੈਂ ਅਜੇ ਵੀ ਰੀ ਕਰਦਾ ਤਾਂ ਉਹ ਨਵਾਂ ਲਾਲਚ ਦਿੰਦਾ। ਮੈਂ ਕਿਹਾ ਇੱਧਰ ਕੰਨ ਤਾਂ ਕਰ ਓਏ ਪਟੂਆ, ਦਿਨ ਕਿਆ ਹੈਗਾ ਭਲਾ ਅੱਜ? ਜੇਠਾ ਵੀਰਵਾਰ ਹੈ। ਸਮਝ ਗਿਆ, ਪੰਜਾਂ ਪੀਰਾਂ ਤੇ ਚੂਰਮਾ ਵੰਡਣ ਵਾਲਾ ਕੋਈ ਸ਼ਰਧਾਲੂ ਬਿੰਦ ਝੱਟ ਵਿੱਚ ਆਇਆ ਖੜਾ। ਜੇ ਆਪਾਂ ਪਰੇ ਜਾਣ ਦੀ ਗਲਤੀ ਕਰ ਲਈ, ਘਿਓ ਨੁੱਚੜਮਾ ਚੂਰਮਾ ਕਿੱਕਣ ਖਾਵਾਂਗੇ? ਖੁੰਝਿਆ ਬਿੜਾ ਹੱਥ ਨਹੀਂ ਲੱਗਦਾ ਹੁੰਦਾ ਕਾਕਾ। ਨਾਨਾ ਮੁਸਕੜੀਆਂ ਹੱਸਦਾ। ਮੈਨੂੰ ਸੱਚਮੁੱਚ ਦੇਸੀ ਘਿਓ ਦੇ ਚੂਰਮੇ ਦੀ ਵਾਸ਼ਨਾ ਆਉਂਦੀ। ਮੈਂ ਲੰਬੇ ਸਾਹ ਖਿੱਚਦਾ, ਪੰਜਾਂ ਪੀਰਾਂ ਵੱਲ ਦੇਖਦਾ। ਮੇਰੀ ਭੁੱਖ ਚਮਕ ਪੈਂਦੀ। ਅੰਬੀਆਂ ਜਾਂ ਚੂਰਮਾ ਕੁਝ ਤਾਂ ਜ਼ਰੂਰ ਮਿਲੇਗਾ। ਮੈਂ ਕਿਹਾ ਬੋਲਦਾ ਨਹੀਂ ਹੁਣ। ਉਹ ਆਪਣੇ ਮਗਰ ਜਾ ਕੇ ਤਾਂ ਪੀਰਾਂ ਦਾ ਪ੍ਰਸਾਦ ਦੇਣੋਂ ਰਿਹਾ। ਬਈ ਹਾੜੇ ਮੈਤੋਂ ਭੋਗ ਜ਼ਰੂਰ ਲਓ। ਨਾਨਾ ਸਮਝਾਉਂਦਾ। ਆਪਾਂ ਰੋਜ਼ ਇਹ ਡੰਗਰ ਚਾਰਨ ਕਿਉਂ ਆ ਜਾਂਦੇ ਆ ਨਾਨਾ ਜੀ? ਇੱਕ ਦੁਪਹਿਰ ਮੈਂ ਅੱਕੇ ਹੋਏ ਨੇ ਪੁੱਛਿਆ। ਮੇਰੀ ਸਲਾਹ ਘਰ ਬੈਠਣ ਦੀ ਸੀ, ਗਲੀਆਂ ਮੁਹੱਲੇ ਦੇਖਣ, ਕੰਧਾਂ ਕੋਲੇ ਟੱਪਣ ਦੀ ਸੀ। ਮੈਂ ਦੀਪੇ ਨਾਲ ਦੂਰ ਨਹਿਰ ਵੱਲ ਨਿਕਲਣਾ ਲੋਚਦਾ। ਕਿਸ਼ਤੀ ਵਿੱਚ ਚੜ੍ਹ ਕੇ ਪਾਰ ਜਾਣ ਨੂੰ ਮਨ ਕਰਦਾ। ਕੰਮ ਤਾਂ ਬੰਦੇ ਦਾ ਕਰਮ ਹੁੰਦਾ ਕਾਕਾ। ਕਿਰਤ ਬਗੈਰ ਆਪਾਂ ਕਾਹਦੇ ਜੋਗੇ ਹਾਂ? ਔਰ ਹੱਥੀਂ ਕੰਮ ਕਰਨ ਦੀ ਆਦਤ ਬਚਪਨ 'ਚ ਹੀ ਪੈਂਦੀ ਹੁੰਦੀ। ਨਾਨੇ ਨੇ ਦ੍ਰਿੜਤਾ ਨਾਲ ਆਖਿਆ। ਸਾਹਮਣੇ ਮੀਣੀ ਮੱਝ ਟੋਭੇ ਵੱਲ ਭੱਜੀ ਜਾ ਰਹੀ ਸੀ। ਉਸ ਨੂੰ ਕਿਸੇ ਚੂਰਮੇ ਦਾ ਲਾਲਚ ਨਹੀਂ ਸੀ। ਉਸ ਦੇ ਪਿੱਛੇ ਲੱਗਿਆ ਲਵੇਰੀਆਂ ਦਾ ਲਾਰਾ ਟੋਭੇ ਵੜਿਆ ਤਾਂ ਮੈਂ ਸੁੱਖ ਦਾ ਸਾਹ ਲਿਆ।
ਮਸਾਂ ਹੀ ਆਜ਼ਾਦ ਹੋਇਆ ਮੈਂ ਕੁੱਤੇ ਚਾਲ ਭੱਜਿਆ ਅਤੇ ਸਾਰੇ ਬਾਗ ਵਿੱਚ ਘੁੰਮ ਗਿਆ। ਮੈਂ ਤਾਂ ਹੋਰ ਵੀ ਦੂਰ ਨਿਕਲ ਜਾਣਾ ਚਾਹੁੰਦਾ, ਪਰ ਨਾਨੇ ਦੀ ਹਾਕ ਦਾ ਡਰ ਸੀ। ਇੱਕੋ ਅੰਬੀ ਲੱਭੀ ਸੀ, ਉਹ ਵੀ ਤੋਤੇ ਦੀ ਟੁੱਕੀ ਹੋਈ। ਸੌਂਫੀਆ ਸੰਧੂਰੀ ਅੰਬੀਆਂ ਜੋ ਉੱਪਰ ਲਟਕਦੀਆਂ ਨੇ ਮੇਰਾ ਤਨ ਮਨ ਨਸ਼ਾ ਦਿੱਤਾ ਸੀ। ਹਰ ਤਰਫੋਂ ਮਿੱਠੀ ਮਹਿਕ ਆਉਂਦੀ। ਚੰਗੇ ਨਾਨਕੀ ਆਏ ਹੋ ਤੁਸੀਂ, ਉਂਗਲੀ ਵੱਢ ਹਰਨਾਮੇ ਦੀ ਆਵਾਜ਼ ਆਈ। ਜਿਹੜਾ ਆਪਣੇ ਖੇਤਾਂ ਵੱਲ ਡੰਡਿਓ ਡੰਡੀ ਜਾਂਦਾ ਮੇਰੇ ਬਰਾਬਰ ਆ ਕੇ ਰੁਕ ਗਿਆ। ਉਹ ਸਵੇਰੇ ਸਵੇਰੇ ਵੀ ਸਾਨੂੰ ਖਿਜਾਉਂਦਾ। ਜਦੋਂ ਅੱਧ ਰਿੜਕ ਪੀ ਕੇ ਅਸੀਂ ਡੰਗਰਾਂ ਵਾਲੇ ਵਾੜੇ ਵਿੱਚ ਆਉਂਦੇ, ਨਾਨਾ ਚਰਨ ਸਿੰਘ ਨਾਲ ਗੋਹਾ ਕੂੜਾ ਕਰਵਾਉਂਦੇ। ਝਾੜੂ ਚੁੱਕ ਕੇ ਦਬਾ ਦਬ ਸੁੰਬਰਦੇ, ਹੱਥਾਂ ਨਾਲ ਗੋਹਾ ਹੂੰਝਦੇ, ਰੜਾ ਮੈਦਾਨ ਬਣਾ ਦਿੰਦੇ। ਤੁਹਾਡਾ ਨਾਨਾ ਚੰਗਾ ਬੰਦਾ ਹੈ ਦੋਹਤਿਓ, ਜਿਹੜਾ ਮੂੰਹ ਨੇਰੀ ਤੁਹਾਨੂੰ ਗੁਲਾਬ ਜਾਮਣਾ ਹੂੰਝਣ ਲਾ ਲੈਂਦਾ। ਆਪਣੇ ਸੱਜੇ ਹੱਥ ਦੀ ਪਹਿਲੀ ਡੁੰਡ ਉਂਗਲੀ ਘੁਮਾਉਂਦਾ ਹਰਨਾਮ ਸਿੰਘ ਹੱਥ ਉੱਤੇ ਹੱਥ ਮਾਰ ਕੇ ਹੱਸਿਆ। ਊਂਠ ਦੇ ਲੇਡਣੇ ਗੁਲਾਬ ਜਾਮਣਾ ਵਰਗੇ ਹੀ ਤਾਂ ਹੁੰਦੇ ਨੇ ਕਾਕਾ ਜੀ। ਗੁੱਜਾ ਜਿਹਾ ਹੱਸਦਾ ਉਹ ਅੱਜ ਰੁਕਿਆ ਨਹੀਂ, ਅੱਗੇ ਲੰਘ ਕੇ ਬਾਗਾਂ ਵਿੱਚ ਗਵਾਚ ਗਿਆ। ਮੈਂ ਕਿਹਾ ਟੁੰਡੀ ਲਾਟ ਕਿਆ ਕਹਿੰਦਾ ਤਾ? ਨਾਨਾ ਚਰਨ ਸਿੰਘ ਨੇ ਆਪਣੀ ਥੱਕੀ ਗਰਦਨ ਘੁਮਾਈ ਅਤੇ ਗਿੱਚੀ ਪਿੱਛੇ ਹੱਥ ਫੇਰਿਆ। ਸਾਰੇ ਲੋਕਾਂ ਦੀਆਂ ਸਾਰੀਆਂ ਗੱਲਾਂ ਨਹੀਂ ਗੋਲੀ ਦੀਆਂ ਹੁੰਦੀਆਂ, ਅਰ ਇਹ ਤਾਂ ਜਿਹੜੀ ਵੀ ਆਖੇ ਸੁਣ ਕੇ ਦੂਏ ਕੰਨੋਂ ਕੱਢ ਦਿਓ। ਸਾਰੀ ਉਮਰ ਬਦਫੈਲੀਆਂ ਕੀਤੀਆਂ ਔਰ ਗੁਲ ਛਰਲੇ ਉਡਾਏ ਨੇ ਇਸ ਘਰ ਪੱਟੂ ਨੇ। ਨਾਨਾ ਉੱਧੜਦਾ ਰਿਹਾ। ਉਦੋਂ ਹੀ ਉਸਨੇ ਕਮਾਊ ਅਤੇ ਘਰ ਜੋੜੂ ਬੰਦੇ ਦੀ ਵਾਰਤਾ ਸੁਣਾਈ ਸੀ। ਜਦੋਂ ਮੈਂ ਪੁੱਛਿਆ, ਕਮਾਊ ਤੇ ਘਰ ਜੋੜੂ ਬੰਦਾ ਹੁੰਦਾ ਕੌਣ ਹੈ ਨਾਨਾ ਜੀ? ਚੱਲਦੀ ਗੱਲ ਕਦੇ ਨਹੀਂ ਟੋਕੀ ਦੀ। ਨਾਨਾ ਟੁੱਟ ਕੇ ਪਿਆ। ਕਿੰਨੀ ਵਾਰ ਕਿਹਾ ਤੈਨੂੰ ਬਈ ਸੁਣ ਕੇ ਗੱਲ ਪਹਿਲਾਂ ਸਮਝੀ ਦੀ ਹੁੰਦੀ, ਖਾਨੇ 'ਚ ਪਾਈ ਦੀ ਹੈ ਅਰ ਦਿਮਾਗ 'ਚ ਵਸਾਈ ਦੀ ਹੈ। ਅੱਖਾਂ ਬਾਝੋਂ ਦੇਖੀਏ, ਬਿਨ ਕੰਨਾਂ ਸੁਣੀਏ। ਖਿਚੜੀ ਭਰਵੱਟਿਆਂ ਹੇਠੋਂ ਝਾਕਦੇ ਚਰਨ ਸਿੰਘ ਨੇ ਇੱਕ ਹੋਰ ਪਖਾਣਾ ਪਾਇਆ ਤਾਂ ਮੇਰੇ ਮੂੰਹ ਵਿੱਚ ਕੁਨੀਨ ਘੁਲ ਗਈ। ਬਿਲਕੁਲ ਕੁਨੀਨ ਦੀ ਉਹੀ ਪੀਲੀ ਗੋਲੀ ਜਿਹੜੀ ਬੁਖਾਰ ਚੜ੍ਹੇ ਤੋਂ ਕਿਲੇ ਵਿੱਚੋਂ ਸੱਦਿਆ ਸਿੱਖ ਡਾਕਟਰ ਜੈ ਸਿੰਘ ਆਪਣੇ ਸਾਹਮਣੇ ਖੜਾ ਕੇ ਸਤਨਾਮ ਆਖਦਾ ਆਪ ਖਵਾਉਂਦਾ। ਮੈਂ ਤਾਂ ਕਿੰਨੀਆਂ ਹੀ ਗੱਲਾਂ ਪੁੱਛਣੀਆਂ ਚਾਹੁੰਦਾ। ਅਸਲ ਵਿੱਚ ਸਾਡੇ ਦੋ ਨਾਨੇ ਸਨ, ਦੋਵੇਂ ਭਾਈ, ਵੱਡਾ ਨਾਨਾ ਤੇ ਛੋਟਾ ਨਾਨਾ। ਚਰਨ ਸਿੰਘ ਨੂੰ ਸਾਰੇ ਬਾਪੂ ਆਖਦੇ, ਪਰ ਮੈਂ ਮਨ ਹੀ ਮਨ ਉਸ ਨੂੰ ਕੌੜਾ ਨਾਨਾ ਕਹਿੰਦਾ, ਜਿਹੜਾ ਪ੍ਰਸ਼ਨ ਪੁੱਛਣ ਤੋਂ ਬਹੁਤ ਖਿੱਚਦਾ, ਜਦੋਂ ਕਿ ਛੋਟੇ ਬਚਨ ਸਿੰਘ ਨੂੰ ਸਾਊ ਨਾਨਾ। ਇਹਨਾਂ ਦੋਹਾਂ ਦੇ ਘਰ ਵਸਦੀਆਂ ਪ੍ਰੀਤਮ ਕੌਰ, ਅਮਰ ਕੌਰ ਸਕੀਆਂ ਭੈਣਾਂ ਸਾਡੀਆਂ ਦੋ ਨਾਨੀਆਂ ਸਨ, ਵੱਡੀ ਨਾਨੀ ਤੇ ਮਿੱਠੀ ਨਾਨੀ। ਉਂਝ ਨਾਨਾ ਬਚਨਾ ਮੇਰੇ ਮਾਮੇ ਮਾਸੀਆਂ ਦੀ ਰੀਸ, ਸਭ ਦਾ ਚਾਚਾ ਬਣਿਆ, ਕਿਸੇ ਛੜੇ ਬੰਦੇ ਵਾਂਗ ਵਿਚਰਦਾ, ਵੱਡੀ ਨਾਨੀ ਦੀ ਪਰਿਕਰਮਾ ਕਰਦਾ। ਸ਼ਾਇਦ ਤਾਂ ਹੀ ਖੁੱਲ੍ਹੇ ਕੱਚੇ ਮਕਾਨ ਦੇ ਮੁੱਢ ਵਿੱਚ ਮਿੱਠੀ ਨਾਨੀ ਅਮਰ ਕੌਰ ਅਲੈਦਾ ਵਸਦੀ, ਸਭ ਤੋਂ ਅਲੱਗ ਤੇ ਅਣਭਿੱਜ, ਜਿਹੜੀ ਸਿਰਫ ਸਾਡੇ ਦੋਹਾਂ ਨਾਲ ਹੱਸ ਕੇ ਬੋਲਦੀ, ਕੁਝ ਪਲ ਸਾਂਝੇ ਕਰਦੀ, ਉਸ ਨੂੰ ਜੋ ਮਰਜ਼ੀ ਪੁੱਛਦੇ। ਉਸਨੇ ਹੀ ਬਹੁਤ ਮਗਰੋਂ ਦੱਸਿਆ ਸੀ ਕਿ ਉਹ ਸਾਊ ਨਾਨੇ ਦੀ ਘਰਵਾਲੀ ਸੀ ਅਤੇ ਗਿਆਨੋ ਮਾਸੀ ਦੀ ਸਕੀ ਸੋਧਰੀ ਮਾਤਾ। ਵੱਡੇ ਨਾਨੇ ਨਾਲ ਆਕੜ ਕੇ ਮੈਂ ਮੁੜ ਚੂਨੇ ਦੇ ਠੱਡੇ ਉੱਪਰ ਬੈਠਾ ਸੋਚ ਰਿਹਾ ਸੀ। ਨਾ ਚੱਜ ਦੀ ਕੋਈ ਅੰਬੀ ਮਿਲੀ, ਨਾ ਹੀ ਚੂਰਮਾ। ਆਲਾ ਦੇਖ ਹੋਏ ਪਚੰਗੀਆ, ਇਹ ਟਪਕਾ ਅੱਜ ਤੇਰੀ ਖਾਤਰੇ ਗਿਰਿਆ। ਪੁਰੇ ਦੀ ਗੁੱਠ ਵਿੱਚੋਂ ਨਿਕਲਿਆ ਸਾਊ ਨਾਨਾ ਦੋ ਰਸਦਾਰ ਅੰਬੀਆਂ ਮੇਰੀ ਤਰਫ ਵਧਾਉਂਦਾ ਮੁਸਕਰਾਇਆ। ਹੈਗੀਆਂ ਨਹੀਂ ਤੇਰੀਆਂ ਗੱਲਾਂ ਵਰਗੀਆਂ ਲਾਲ ਗੁਲਾਲ, ਤੁਹਾਡੇ ਢਾਹੇ 'ਚ ਕਿੱਥੇ ਥਿਆਜੂ ਐਸਾ ਦੁਰਲਭ ਮੇਵਾ। ਸਾਊ ਨਾਨਾ ਬਚਨ ਸਿੰਘ ਹੀ ਨਹੀਂ, ਸਗੋਂ ਸਾਡੇ ਨਾਨਕਿਆਂ ਦੇ ਸਾਰੇ ਬੰਦੇ ਸਾਨੂੰ ਢਾਹੇ ਵਾਲੇ ਆਖਦੇ। ਆ ਗਏ ਬਈ ਢਾਹੇ ਵਾਲੇ, ਝੱਗਾ ਚੁੰਨੀ ਡੁੱਕਣ। ਹਰ ਤਰਫੋਂ ਅਜਿਹੀ ਆਵਾਜ਼ ਆਉਂਦੀ। ਉਹ ਆਪਣੇ ਪਿੰਡ ਰਾਏਪੁਰ ਨੂੰ ਕੀ ਬੰਨਦੇ, ਮੈਨੂੰ ਅਜੇ ਤੱਕ ਇਲਮ ਨਹੀਂ। ਖੁਸ਼ਬੋਈ ਵੰਡ ਦੇ 2 ਅੰਬ ਫੜਾ ਕੇ ਨਾਨਾ ਬਚਨ ਸਿੰਘ ਰੁਕਿਆ ਨਹੀਂ, ਆਪਣੇ ਖੂਹ ਵੱਲ ਮੁੜ ਗਿਆ, ਜਿਸ ਦਾ ਅਜੇ ਕੁਝ ਵਰ੍ਹੇ ਪਹਿਲਾਂ ਚੱਕ ਸੁੱਟਿਆ ਸੀ, ਜਦੋਂ ਜਮਾਲਦੀਨ ਗੁੱਜਰ ਤੇ ਯੂਸਫ ਦੋਵੇਂ ਪਿਓ ਪੁੱਤਰ ਸਿਰ ਹਿਲਾਉਂਦੇ ਢੋਲ ਵਜਾ ਰਹੇ ਸਨ। ਸਾਰੇ ਸਾਕ ਸੰਬੰਧੀਆਂ ਦਾ
ਵੱਡਾ ਇਕੱਠ ਜੁੜਿਆ ਸੀ। ਮੈਂ ਅਤੇ ਦੀਪਾ ਪਤਾ ਨਹੀਂ ਕਿਹੜੀ ਗੱਲ ਤੋਂ ਗੁੱਥਮ ਗੁੱਥਾ ਹੋਏ ਪਹੇ ਵਿੱਚ ਉਲਝੇ ਪਏ ਸਾਂ। ਇਹ ਧੁੱਦਲ 'ਚ ਪੋਲੇ ਤੋਂ ਢੋਲ ਦੀ ਤਾਲ 'ਤੇ ਕੁਸ਼ਤੀ ਲੜਦੇ ਨੇ। ਆਪਣੀ ਧੀ ਵਿਦਿਆ ਨੂੰ ਉਂਗਲੀ ਲਾਈ ਲੰਘਿਆ ਜਾਂਦਾ ਕਾਲੂ ਬਾਹਮਣ ਖੰਗਿਆਈ ਹਾਸੀ ਹੱਸਦਾ ਰਿਹਾ। ਗਿਆਨੋ ਮਾਸੀ ਨੇ ਕਚੀਚੀ ਵੱਟ ਕੇ ਸਾਨੂੰ ਤੋੜ ਕੇ ਅਲੱਗ ਕੀਤਾ। ਬੜਾ ਦਾਨ ਪੁੰਨ ਹੋਇਆ। ਲੱਡੂ ਵੰਡੇ ਜਾ ਰਹੇ ਸਨ। ਵਧਾਈਆਂ ਦੇਣ ਵਾਲਿਆਂ ਦੀ ਭੀੜ ਸੀ। ਅੱਜ ਇੱਕ ਵਾਰੀ ਫੇਰ ਮੈਨੂੰ ਢੋਲ ਦੀ ਆਵਾਜ਼ ਨਾਲ ਬਾਗ ਵਿੱਚੋਂ ਰਸੇ ਹੋਏ ਅੰਬਾਂ ਦੀ ਵਾਸ਼ਨਾ ਆਉਣ ਲੱਗੀ, ਜਦੋਂ ਵੱਡੇ ਨਾਨੇ ਨੇ ਦੂਰ ਬੈਠੇ ਨੂੰ ਬਹੁਤ ਲਾਡ ਨਾਲ ਹਾਕ ਮਾਰੀ, ਉਰੇ ਆ ਜਾ ਪਾਸ਼ੀ, ਮੇਰਾ ਪੁੱਤ ਬਣ ਕੇ। ਤੂੰ ਹੁਣ ਪੁੱਛ ਲੈ ਜੋ ਮਰਜ਼ੀ। ਉਈਓ ਨਹੀਂ ਰੁੱਸੀ ਦਾ ਕਾਕਾ। ਸੁਣ ਮੇਰੀ ਗੱਲ, ਜਿੱਦਣ ਮੈਂ ਚਮਕੌਰ ਸਾਹਿਬ ਜਾਊਂਗਾ ਆਪਣੇ ਬੱਗੇ ਸ਼ੇਰ ਖਾਤਰ ਨਸੂੜੀਆ ਸਾਫਾ ਜ਼ਰੂਰ ਲਿਆਉਂਗਾ। ਉਹ ਫਿਰ ਆਜਾ ਮੇਰੀ ਪੁੱਤਰੀ, ਆਜਾ ਮੇਰੀ ਮੁੱਤੜੀ ਗੁਣਗੁਣਾਉਂਦਾ ਮੈਨੂੰ ਪੁਚਕਾਰਦਾ ਰਿਹਾ। ਇਹੋ ਜਿਹੀ ਉਹ ਬਦਾਮ ਰੰਗੀ ਬਹੂ ਆਪਾਂ ਤੇਰੇ ਖਾਤਰ ਵਿਆਹ ਕੇ ਲਿਆਵਾਂਗੇ, ਜਿਹੜੀ ਹੱਥ ਲਾਇਆ ਮੈਲੀ ਹੋਵੇ। ਮੈਂ ਖਿੜ ਗਿਆ। ਖੁਸ਼ ਹੋ ਕੇ ਨਾਨੇ ਦੇ ਗੋਡੇ ਮੁੱਢ ਜਾ ਬੈਠਾ। ਮੇਰੇ ਲਈ ਬਦਾਮ ਰੰਗੀ ਬਹੂ ਆਵੇਗੀ। ਅਗਲੇ ਪਲ ਮੇਰੇ ਮਨ ਵਿੱਚ ਹਿਲਜੁਲ ਹੋਈ ਤਾਂ ਮੈਂ ਨਾਨੇ ਵੱਲ ਦੇਖਿਆ। ਲਿਆਓਗੇ ਮੇਰੇ ਖਾਤਰ? ਮਾਮਿਆਂ ਲਈ ਵਹੁਟੀ ਤੋਂ ਹੁਣ ਤੱਕ ਨਹੀਂ ਲਿਆਂਦੀ ਗਈ। ਮੈਂ ਲਾਡਣਾ ਬੋਲਿਆ। ਉਹ ਤਾਂ ਦੋਵੇਂ ਖਾਲੀ ਹੱਥ ਡੰਡੇ ਵਜਾਉਂਦੇ ਫਿਰਦੇ। ਕਿੱਕਣ ਲਿਆਉਂਦਾ? ਇੱਲ ਕੁੱਕੜ ਦਾ ਦੋਏ ਪੜ੍ਹੇ ਹੈ ਨਹੀਂ। ਨਾਨਾ ਘੁਰਕਿਆ। ਹੁਣ ਪੜ੍ਹਾ ਲਓ ਦੋਹਾਂ ਨੂੰ, ਮੈਂ ਫੇਰ ਕਿਹਾ। ਇਉਂ ਹਰ ਵੇਲੇ ਨਹੀਂ ਪੜ੍ਹਾਇਆ ਜਾਂਦਾ ਪਾਸ਼ੀ ਪੁੱਤ। ਪੜ੍ਹਾਈ ਦੀ ਵੀ ਇੱਕ ਰੁੱਤ ਹੁੰਦੀ ਜਿਹੜੀ ਇਹਨਾਂ ਤੋਂ ਸੰਭਾਲੀ ਨਹੀਂ ਗਈ। ਇਹ ਮੇਰੀ ਸਮਝ ਤੋਂ ਬਾਹਰਲੀ ਗੱਲ ਸੀ। ਮੈਂ ਮੁੜ ਖੇਤਾਂ ਰੁੱਤਾਂ ਬਾਰੇ ਸੋਚਣ ਲੱਗਿਆ। ਆਪਾਂ ਨਿੱਤ ਹੀ ਐਕਣੇ ਬਾਗ 'ਚ ਕਿਉਂ ਨਹੀਂ ਆ ਬਹਿੰਦੇ? ਮੌਜ ਨਾਲ ਇੱਥੇ ਬੈਠੀਏ, ਅੰਬ ਚੂਪੀਏ ਔਰ ਘੜ ਨੂੰ ਮੁੜ ਜਾਈਏ। ਮੈਂ ਆਪਣੇ ਮਨ ਦੀ ਗੱਲ ਆਖੀ। ਲਵੇਰੀਆਂ ਨੂੰ ਕੌਣ ਖੋਲੂ? ਤੇਰੇ ਬੈਲੀ ਠੈਲੀ ਬਾਬੇ ਵਾਂਗ ਨਿਭਾਗ ਨਹੀਂ ਬਣ ਜਾਵਾਂਗੇ? ਜਮਾ ਨਿਕੰਮੇ। ਨਾਨਾ ਸਦਾ ਮੇਰੇ ਦਾਦੇ ਦਾ ਮਿਹਣਾ ਮਾਰਦਾ। ਆਖੇ ਤੇਰੇ ਅਮਲੀ ਬੇਲੜ ਬਾਬੇ ਨੇ ਬਦਫੈਲੀਆਂ 'ਚ ਸਾਰੀ ਜ਼ਮੀਨ ਧਰ ਦਿੱਤੀ, ਤਾਂ ਹੀ ਮੇਰੀ ਕੁੜੀ ਯਾਰ ਪ੍ਰਾਹੁਣੇ ਨੂੰ ਮੁਸ਼ੱਕਤ ਕਰਨੀ ਪੈਂਦੀ। ਮੈਂ ਮੁਰਝਾ ਗਿਆ। ਚੱਲ ਛੱਡ, ਆਪਾਂ ਤੇਰੇ ਦਾਦੇ ਦੀ ਗੱਲ ਨਹੀਂ ਛੇੜਦੇ। ਉਸ ਨੇ ਮੈਨੂੰ ਘੁੱਟ ਕੇ ਹਿੱਕ ਨਾਲ ਲਾਇਆ ਅਤੇ ਬਾਗ ਦੀ ਗੂੜੀ ਛਾਂ ਵਿੱਚੋਂ ਇੱਕ ਕਥਾ ਸ਼ੋਹੀ ਮਾਇਆ ਨਾਲ ਨੱਕੋ ਨੱਕ ਭਰੇ ਖੂਹਾਂ ਦੀ ਕਹਾਣੀ। ਵੱਡਾ ਨਾਨਾ ਸਾਊ ਨਾਨਾ। ਨਾਨਾ ਚਰਨ ਸਿੰਘ ਅਜੇ ਅਨਭੋਲ ਬੇਸੋਝ ਬੱਚਾ ਸੀ ਜਦੋਂ ਉਹ ਆਪਣੇ ਨਾਨਕੇ ਪਿੰਡ ਕਟਾਣੀ ਗਿਆ। ਵੱਡਾ ਬਾਣਾ ਵਿੱਚ ਪਸ਼ੂ ਚਰਾਉਂਦਾ, ਰੋਂਦਾ ਬਿਲਕਦਾ, ਆਪਣੀ ਤਕਦੀਰ ਨੂੰ ਕੋਸਦਾ ਫਿਰਦਾ। ਉਜਾੜ ਵਿੱਚ ਭਟਕਦੇ ਦੇ ਅੱਥਰੂ ਪੂੰਝਣ ਵਾਲਾ ਕੋਈ ਨਹੀਂ ਸੀ। ਅਸੀਂ ਤਾਂ ਭਲਾ ਖੁਸ਼ ਲੱਭਤੀ ਛੁੱਟੀਆਂ ਕੱਟਣ ਲਈ ਰਾਏਪੁਰ ਜਾਂਦੇ, ਪਰ ਨਾਨੇ ਹੋਰਾਂ ਨੂੰ ਮਜਬੂਰੀ ਵਸ ਆਪਣਾ ਬਚਪਨ ਨਾਨਕੀ ਬਿਤਾਉਣਾ ਪਿਆ ਸੀ। ਤੁਸੀਂ ਰੋਂਦੇ ਕਿਉਂ ਸੀ ਨਾਨਾ ਜੀ? ਮੇਰੇ ਅੰਦਰੋਂ ਆਵਾਜ਼ ਆਈ। ਓਏ ਤੂੰ ਟਲਿਆ ਨਹੀਂ ਟੋਕਣੋਂ। ਵੱਡੇ ਨਾਨੇ ਦਾ ਜਿਵੇਂ ਅੱਜ ਕੋਈ ਜ਼ਖਮ ਉਚੇੜਿਆ ਗਿਆ ਹੋਵੇ। ਮੈਂ ਤਾਂ ਸਾਨੂੰ ਜੰਮਣ ਵਾਲਿਆਂ ਨੂੰ ਰੋਂਦਾ ਤਾ, ਸਾਡੀ ਫੁੱਟ ਗਈ ਤਕਦੀਰ ਨੂੰ। ਤੇ ਨਾਨਾ ਭਾਵੁਕ ਹੋ ਗਿਆ, ਅੱਗੇ ਨਹੀਂ ਬੋਲ ਸਕਿਆ। ਅਚਾਨਕ ਛਿੱਲਿਆ ਗਿਆ ਜ਼ਖਮ ਜਿਵੇਂ ਟਸ ਟਸ ਕਰਦਾ ਹੋਵੇ। ਅੰਬਾਂ ਦੇ ਬਾਗ ਵਿੱਚ ਖੜੋਤੀ ਇਕੱਲੀ ਜਾਮਣ ਉੱਤੇ ਦੋ ਕਾਵਾਂ ਨੇ ਵਿਚਾਰੀ ਘੁੱਗੀ ਨੂੰ ਠੁੰਗਾ ਮਾਰ ਮਾਰ ਕੇ ਲਹੂ ਲੁਹਾਨ ਕਰ ਦਿੱਤਾ ਸੀ। ਪਰ ਬੌਂਦਲੀ ਹੋਈ ਘਾਇਲ ਘੁੱਗੀ ਫੇਰ ਵੀ ਆਪਣੇ ਬੋਟਾਂ ਦੀ ਰਾਖੀ ਲਈ ਡਟੀ ਰਹੀ। ਮੈਨੂੰ ਚੁੱਪ ਵਿੱਚ ਘਿਰਿਆ ਦੇਖ ਕੇ ਨਾਨੇ ਨੇ ਖੰਗੂਰਾ ਮਾਰਿਆ। ਨਾਨਕੀ ਗਏ ਨਾਨੇ ਦੇ ਪੈਰ ਵਿੱਚ ਪਾਕਾ ਨਿਕਲਿਆ ਸੀ। ਉਸ ਨੂੰ 5 ਭੱਠ ਬੁਖਾਰ ਸੀ, ਪਰ ਉਸ ਦਾ ਮਾਮਾ ਚੰਚਲ ਸਿੰਘ ਉਹਦੇ ਹੱਥ ਇੱਕ ਅੰਬੀ ਫੜਾ ਕੇ ਲਵੇਰੀਆਂ ਪਿੱਛੇ ਲਾ ਕੇ ਆਪ ਕਿਸੇ ਹੋਰ ਪਿੰਡ ਚਲਿਆ ਗਿਆ ਸੀ। ਨੰਗੇ ਪੈਰੀਂ ਬੱਟਾਂ ਡੌਲਾਂ ਵਿਧਦਾ, ਡਲਿਆਂ ਢੀਮਾਂ ਨਾਲ ਅੜਕਦਾ, ਅਣਫਿੱਸੇ ਛਾਲੇ ਕਾਰਨ ਹਾਏ ਨੀ ਮਾਏ ਹਾਏ ਮਾਂ ਨਹੀਂ ਕੁਰਲਾਉਂਦਾ, ਉਹ ਬੇਰੜੇ ਦੇ ਵੱਢ ਵਿੱਚ ਡਿੱਗ ਕੇ ਬੇਹੋਸ਼ ਹੋ ਗਿਆ। ਜਦੋਂ ਤੱਕ ਉੱਥੇ ਰੂਹੀ ਬੀਆਬਾਨ ਵਿੱਚ ਬੇਸੁੱਧ ਪਿਆ ਰਿਹਾ, ਕਦੋਂ ਤੱਕ ਉੱਥੇ ਰੋਹੀ ਬੀਆਬਾਨ ਵਿੱਚ ਬੇਸੁੱਧ ਪਿਆ ਰਿਹਾ, ਕਿਸੇ ਨੂੰ ਕੋਈ ਖਬਰ ਨਹੀਂ। ਰੱਜ ਪੁੱਜ ਕੇ ਲਵੇਰੀਆਂ ਪਿੰਡ ਪਹੁੰਚੀਆਂ। ਰੋਜ਼ ਵਾਂਗ ਟੋਭੇ ਬੜੀਆਂ,
ਮਰਜ਼ੀ ਨਾਲ ਨਹਾ ਕੇ ਬਾਹਰ ਨਿਕਲੀਆਂ। ਲੋਹੀ ਮਿਸਦੀ ਨੂੰ ਜਦੋਂ ਸੁੰਨੀਆਂ ਹੀ ਖੁਰਲੀ ਉੱਪਰ ਜਾ ਖੜੋਤੀਆਂ ਤਾਂ ਉਸ ਦੀ ਹੌਲ ਦਿਲੀ ਨਾਨੀ ਦਾ ਮੱਥਾ ਠਣਕਿਆ। ਡਰੀ ਸਹਿਮੀ ਬਿਸ਼ਨੀ ਨੂੰ ਰੋਂਦੇ ਹੋਏ ਕੁੱਤਿਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਾਈ ਤਾਂ ਮੇਰਾ ਪੁੱਤ ਬਣ ਕੇ, ਵੇ ਬਚਨਿਆ ਸ਼ੇਰਾ, ਖਬਰ ਨਹੀਂ ਅੱਜ ਕਿਉਂ ਨਹੀਂ ਆਇਆ ਆਪਣਾ ਚਰਨਾ। ਨਾਨੀ ਨੇ ਬਹੁਤ ਛੋਟੀ ਉਮਰ ਦੇ ਬਚਨੇ ਹੱਥ ਸੋਟੀ ਥਮਾਉਂਦੀ ਨੇ ਤਰਲਾ ਲਿਆ। ਬਿਸ਼ਨੀ ਨੂੰ ਸਭ ਤੋਂ ਵੱਧ ਰਾਸ਼ਿਆਂ ਦਾ ਭੈ ਸਤਾਉਂਦਾ। 6.5 ਫੁੱਟੇ ਸੁਰਖ ਪਠਾਨ ਜਿਹੜੇ ਸੁੱਕੇ ਮੇਵੇ ਵੇਚਦੇ ਉਸ ਨੂੰ ਬੱਚੇ ਖਾਣੇ ਜਾਪਦੇ, ਜਿਹੜੇ ਕਿਸੇ ਇਕੱਲੇ ਦੁਕੱਲੇ ਸੁੰਨੇ ਖੇਡਦੇ ਜਵਾਕ ਨੂੰ ਚੁੱਕ ਕੇ ਖਿਸਕ ਜਾਂਦੇ, ਖਾਕ ਪਾ ਦਿੰਦੇ, ਮਮਿਆਈ ਕੱਢ ਲੈਂਦੇ ਜਾਂ ਆਪਣੇ ਦੇਸ਼ ਲਿਜਾ ਕੇ ਵੇਚ ਦਿੰਦੇ। ਉਸਦੇ ਆਪਣੇ ਪੁੱਤਰ ਚੰਚਲ ਨੂੰ ਵੀ 30 ਸਾਲ ਪਹਿਲਾਂ ਨਹਿਰ ਪੁੱਟਣ ਵਾਲਾ ਇੱਕ ਓਡ ਚੁੱਕ ਕੇ ਡੰਡੀ ਪਿਆ ਸੀ। ਚੰਗੇ ਭਾਗਾਂ ਨੂੰ ਹਾਕਾਂ ਮਾਰਦੇ ਲੱਭਦੇ ਭਾਲਦੇ ਫਿਰਦੇ ਪਿਓ ਪਾਖਰ ਸਿੰਘ ਨੂੰ ਸ਼ੱਕ ਹੋਇਆ। ਉਸਨੇ ਪਠਾਨ ਦੀ ਝੋਲੀ ਖੁਲਵਾ ਕੇ ਤਲਾਸ਼ੀ ਲਈ ਤਾਂ ਵਿੱਚੋਂ ਸਹਿਮਿਆ ਦੁਬਕਿਆ ਚੰਚਲ ਨਿਕਲ ਆਇਆ। ਅੱਜ ਉਸੇ ਚੰਚਲ ਦਾ ਭਾਣਜਾ ਰੈਪੁਰੀਆ ਚਰਨਾ ਡੰਗਰਾਂ ਦੇ ਪਿੱਛੇ ਰੋਜ਼ ਵਾਂਗ ਹੇ ਦੇ ਰੂਕੇ ਮਾਰਦਾ ਘਰ ਨਹੀਂ ਸੀ ਪਹੁੰਚਿਆ। ਨਾਨਾ ਚਰਨ ਸਿੰਘ ਦੀ ਕਹਾਣੀ ਸੁਣਦਾ ਮੈਂ ਕੰਬ ਗਿਆ। ਬਾਗਾਂ ਵਿੱਚ ਦੂਰ ਨਹੀਂ ਜਾਵਾਂਗਾ, ਕਿਤੇ ਨਹਿਰ ਵੱਲੋਂ ਹੁਣ ਵੀ ਕੋਈ ਰਾਸ਼ਾ ਨਾ ਨਿਕਲ ਆਵੇ। ਤੁਹਾਡੇ ਮਾਪਿਆਂ ਨੂੰ ਦੁੱਖ ਤਾਂ ਜ਼ਰੂਰ ਹੋਇਆ ਹੋਊ ਨਾਨਾ ਜੀ, ਡਰੇ ਹੋਏ ਨੇ ਮੈਂ ਪੁੱਛਿਆ। ਜੇ ਸਾਡੇ ਮਾਪੇ ਜਿਉਂਦੇ ਹੁੰਦੇ ਤਾਂ ਅਸੀਂ ਬੇਗਾਨੇ ਪਿੰਡ ਕਿਉਂ ਰੁਲਦੇ ਫਿਰਦੇ ਪਾਸ਼ੀ ਪੁੱਤਰਾ। ਮੇਰਾ ਪਿਓ ਮਰਿਆ ਤਾਂ ਮਾਂ ਵੀ ਸਮਝ ਲੈ ਮਰ ਖੱਪ ਗਈ। ਮਰੇ ਮੁੱਕਿਆਂ ਨੂੰ ਜਿਉਂਦਿਆਂ ਦੀ ਸਾਰ ਕਿੱਥੇ ਕਾਕਾ। ਨਾਨਾ ਚਰਨ ਸਿੰਘ ਅੱਜ ਅੰਤਾਂ ਦਾ ਦੁਖੀ ਸੀ। ਸਿਰਫ ਭੁੱਬ ਨਹੀਂ ਸੀ ਮਾਰੀ, ਐਤਕੀ ਮੇਰੀ ਟੋਕ ਵੀ ਉਸ ਨੂੰ ਚੁੱਭੀ ਨਹੀਂ। ਉਹਦੀਆਂ ਡੂੰਘੀਆਂ ਅੱਖਾਂ ਵਿੱਚੋਂ ਹੁਣ ਮੋਹ ਪਿਆਰ ਦੀ ਝਲਕ ਪੈਂਦੀ। ਉਹਦਾ ਬਾਪੂ ਯਾਨੀ ਕਿ ਸਾਡਾ ਪੜਨਾਨਾ ਪਲੇਗ ਦੀ ਭੇਟ ਚੜ੍ਹ ਚੁੱਕਾ ਸੀ। ਇੱਕ ਚਾਚੇ ਨੂੰ ਵੀ ਮਲੇਰੀਆ ਨਿਗਲ ਗਿਆ, ਜਿਸ ਨੂੰ ਕਾਲੇ ਮੂੰਹ ਵਾਲੀ ਤਪਕਾਲੀ ਆਖਦੇ। ਅਸਲ ਨਾਂ ਲੈਣ ਤੋਂ ਡਰਦੇ। ਹੱਥ ਵਿੱਚ ਖੱਪਰ ਫੜੀ ਦੜਿਕੜੀ ਫਿਰਦੀ ਪਲੇਗ ਨੇ ਘਰ ਦੇ ਸਾਰੇ ਜੀ ਡਕਾਰ ਲਏ ਤਾਂ ਚਰਨ ਬਚਨ ਦੋਵੇਂ ਨਿੱਕੇ ਨਿੱਕੇ ਕਦਮਾਂ ਨਾਲ ਤੁਰਦੇ ਰਾਏਪੁਰ ਦੇ ਦਰਵਾਜ਼ੇ ਜਾ ਬੈਠੇ, ਜਿੱਥੇ ਦਿਨ ਦੇ ਦੁਪਹਿਰੇ ਬਰੋਟੀਆਂ ਨਾਲ ਪੁੱਠੇ ਲਟਕਦੇ ਚਮ ਗਿੱਦੜ ਬਿੱਠਾਂ ਕਰਦੇ ਚੀਕਾਂ ਮਾਰਦੇ। ਮਾਸੂਮ ਬਚਨਾ ਦਹਿਲ ਕੇ ਵੱਡੇ ਵੀਰ ਚਰਨੇ ਨੂੰ ਚਿੰਬੜ ਜਾਂਦਾ। ਡੁਸਕਦਾ ਹੋਇਆ ਚੱਲ ਚੱਲੀਏ ਬੀਲੇ ਪੁਕਾਰਦਾ। ਕਿੱਥੇ ਚੱਲੀਏ? ਚਰਨਾ ਹਟਕੋਰਾ ਭਰਦਾ। ਘੱਲ ਨੂੰ ਚੱਲੀਏ, ਹੋਲ ਕਿੱਥੇ? ਬਚਨਾ ਰੋ ਪੈਂਦਾ। ਪਰ ਘਰ ਵਿੱਚ ਕੌਣ ਸੀ? ਨਾ ਮਾਂ, ਨਾ ਹੀ ਪਿਓ, ਨਾ ਕੋਈ ਚਾਚਾ ਤਾਇਆ, ਨਾ ਹੀ ਭੈਣ ਭਰਾ। ਉਹ ਖਾਲੀ ਖੋਲੇ ਦਾ ਰੁੱਖ ਕਰਦੇ ਜਿਸ ਦਾ ਭੜੋਲਾ ਲੋਕਾਂ ਨੇ ਲੁੱਟ ਲਿਆ ਸੀ। ਕੋਠੀਆਂ ਦੀਆਂ ਫਾਟਕੀਆਂ ਪਤਾ ਨਹੀਂ ਕੌਣ ਲਾ ਕੇ ਲੈ ਗਿਆ ਸੀ। ਮਿੱਠਾ ਤੇ ਦਾਣੇ ਫਿਰ ਕਿਸਨੇ ਛੱਡਣੇ ਸਨ। ਨਵਾਰ ਦਾ ਇੱਕੋ ਇੱਕ ਭਾਰੀ ਮੰਜਾ ਸੀ ਜਿਸ ਉੱਪਰ ਦੋਵੇਂ ਭਰਾ ਜਾ ਕੇ ਲਿਟ ਜਾਂਦੇ। ਚਰਨਾ ਛੱਤ ਵੱਲ ਦੇਖਦਾ। ਬਚਨਾ ਇੱਥੇ ਵੀ ਕੁਝ ਸਮੇਂ ਬਾਅਦ ਡੁਸਕਦਾ। ਭੁੱਖ ਲੱਗੀ ਹੈ ਬਾਈ। ਚਰਨਾ ਛੱਤ ਨੂੰ ਘੂਰਦਾ ਪਿਆ ਰਹਿੰਦਾ। ਉਹ ਕੀ ਜਵਾਬ ਦਿੰਦਾ? ਰੋਟੀ ਕਿੱਥੋਂ ਲਿਆਉਂਦਾ? ਬਚਨਾ ਉੱਠ ਕੇ ਛਤੜੇ ਹੇਠ ਜਾਂਦਾ। ਮਾਂ ਨੂੰ ਲੱਭਦਾ। ਮਾਂ ਨੀ ਮੇਲੀਏ ਮਾਏ। ਮਾਂ ਨਾ ਲੱਭਦੀ ਤਾਂ ਅੰਦਰ ਸੁੰਨੀ ਸਵਾਦ ਵਿੱਚੋਂ ਇਹੀ ਬਿਲਕਦੀ ਆਵਾਜ਼ ਗੂੰਜਦੀ, ਤੂੰ ਕਿੱਥੇ ਚਲੀ ਗਈ ਮੇਲੀਏ ਮਾਏ। ਅੱਖਾਂ ਵਿੱਚ ਅੱਥਰੂ ਲਈ ਨਿੱਕਾ ਬਚਨਾ ਬਾਹਰ ਆਉਂਦਾ। ਮਾਂ ਨਹੀਂ ਲੱਜਦੀ ਓਏ ਬੀਲਿਆ, ਦੀਦੀ ਨਹੀਂ ਕਿਤੇ ਵੀ। ਉਹ ਉੱਚੀ ਕੂਕ ਮਾਰਦਾ। ਲਗਾਤਾਰ ਰੋਂਦੇ ਬਿਲਕਦੇ ਬਚਨੇ ਦਾ ਸੰਗ ਬੈਠ ਜਾਂਦਾ। ਕੋਈ ਚਾਚੀ ਤਾਈ ਸ਼ਰੀਕਣੀ ਨਾ ਬੌੜਦੀ ਤਾਂ ਭੁੱਖਾ ਹੀ ਉਂਗਣ ਲੱਗਦਾ। ਚਰਨਾ ਬੇਮਨਾ ਜਿਹਾ ਉੱਠਦਾ, ਪੀਪੇ ਵਿੱਚ ਹੱਥ ਮਾਰਦਾ, 2 ਮੁੱਠੀਆਂ ਆਟਾ ਗੁੰਨਦਾ, ਵਿੰਗੀਆਂ ਟੇਢੀਆਂ 2-3 ਰੋਟੀਆਂ ਲਾਹ ਲੈਂਦਾ। ਨਮਕ ਮਿਰਚ ਭੁੱਕ ਕੇ ਉਸ ਨੂੰ ਫੜਾਉਂਦਾ। ਕਦੇ ਪਹਿਰ ਰਾਤ ਗਈ ਗਲੀ ਗੁਆਂਢ ਦੀ ਕਿਸੇ ਸੁਆਣੀ ਨੂੰ ਮਾਂ ਮਿਹਠਰਾਂ ਦੀ ਯਾਦ ਆਉਂਦੀ। ਉਹ ਛਾਬੇ ਵਿੱਚ ਦੇਖਦੀ, ਟੱਬਰ ਤੋਂ ਬਚੇ 2 ਫੁਲਕੇ ਫੜਾ ਜਾਂਦੀ, ਪਰ ਨਾਲ ਹੀ ਡਰ ਤਾਂ ਹੀ ਨਹੀਂ ਲੱਗਦਾ ਪੁੱਤ ਵੇ, ਮਾਂ ਪਿਓ ਤਾਂ ਨਹੀਂ ਯਾਦ ਆਉਂਦੇ ਆਖਦੀ। ਦੋਹਾਂ ਨੂੰ ਦੁਬਾਰਾ ਡੁਸਕਣ ਲਾ ਦਿੰਦੀ। ਬਾਹਮਣਾਂ ਵਾਲੀ ਬਲ ਦੀ ਕੋਠੜੀ
ਪਹਿਲੀ ਬਰਸਾਤ ਨਾਲ ਨਹੀਂ ਸਹਾਰ ਸਕੀ। ਭਾਦੋਂ ਦੀ ਲੰਬੀ ਝੜੀ ਮਗਰੋਂ ਮੌਸਮ ਨਿਖਰਿਆ। ਇੱਕ ਦਿਨ ਸੁੱਕੇ ਅੰਬਰ ਉਸ ਦਾ ਦੜੂਕਾ ਪਿਆ। ਭਲਾ ਤੁਹਾਡੀ ਮਾਂ ਵੀ ਮਰ ਗਈ ਤੀ ਨਾਨਾ ਜੀ? ਮੈਂ ਪੁੱਛਿਆ। ਚਰਨ ਸਿੰਘ ਦੀ ਤਾੜਨਾ ਸਦਕਾ ਮੈਂ ਹਰੇਕ ਨੂੰ ਜੀ ਆਖਦਾ, ਭਾਵੇਂ ਕੋਈ ਘਰ ਦਾ ਜੀ ਹੁੰਦਾ ਜਾਂ ਬਾਹਰਲਾ ਬੰਦਾ। ਗੁਆਂਢ ਵਿੱਚੋਂ ਰਾਮਦਿਆਲ ਖੱਤਰੀ, ਕਾਲੂ ਬਾਹਮਣ ਜਾਂ ਉਂਗਲੀ ਵੱਢ ਹਰਨਾਮ ਸਿੰਘ ਲੰਬੜਦਾਰ, ਜਿਉਣੀ ਨੈਣ, ਚਿੱਟੀ ਤਾਈ ਜਾਂ ਮਲਕੀਤੋ ਮਾਮੀ, ਹਰੇਕ ਨੂੰ ਰੁਤਬੇ ਅਨੁਸਾਰ ਨਾਨਾ ਜੀ, ਮਾਮਾ ਜੀ, ਨਾਨੀ, ਮਾਮੀ ਜਾਂ ਮਾਸੀ ਜੀ ਆਖਣ ਦਾ ਹੁਕਮ ਸੀ। ਰਾਏਪੁਰ ਵਿੱਚ ਬਹੁ ਗਿਣਤੀ ਜੱਟਾਂ ਜ਼ਿਮੀਂਦਾਰਾਂ ਅਤੇ ਹੋਰ ਗੈਰ ਕਾਸ਼ਤਕਾਰਾਂ ਦੀ ਸੀ, ਪਰ ਇਹ ਸਾਰੇ ਅਜੇ ਵੀ ਕਿਲੇ ਵਾਲੇ ਸਿੱਖ ਜਾਗੀਰਦਾਰਾਂ ਦੀ ਤਹਿਜ਼ੀਬ ਅਪਣਾਉਣ ਲਈ ਪੱਬਾਂ ਭਾਰ ਹੋਏ ਫਿਰਦੇ। ਬੇਸ਼ੱਕ ਸਿੱਖਾਂ ਦੀ ਸਰਦਾਰੀ ਕਿਹੜੇ ਵੇਲਿਆਂ ਦੀ ਖੁੱਸ ਚੁੱਕੀ ਸੀ। ਕਿਲੇ ਵਾਲੇ ਹਾਲੇ ਵੀ ਨੰਗੀਆਂ ਲੱਤਾਂ ਲੈ ਕੇ ਬਾਹਰ ਨਾ ਨਿਕਲਦੇ। ਸਿੱਖਣੀਆਂ ਸਦਾ ਦੋਸੜਾ ਲੈਂਦੀਆਂ, ਪਰਦਾ ਕਰਦੀਆਂ। ਘੱਗਰੇ ਦਾ ਰਿਵਾਜ ਹੁਣ ਖਤਮ ਹੋ ਚੁੱਕਾ ਸੀ। ਫਿਰ ਵੀ ਉਹ ਖੁੱਲ੍ਹੀ ਮੂਰੀ ਵਾਲੀਆਂ, ਪੈਰ ਢੱਕਦੀਆਂ ਸਲਵਾਰਾਂ, ਪੂਰੀਆਂ ਬਾਹਾਂ ਤੇ ਪੱਟੀਦਾਰ ਗੁਲਾਮਿਆਂ ਦੀਆਂ ਕੁੜਤੀਆਂ ਪਹਿਨਦੀਆਂ। ਕਿਲੇ ਵਾਲੇ ਸਰਦਾਰ ਲੜਨ ਝਗੜਨ ਸਮੇਂ ਵੀ ਜਾਗੀਰਦਾਰੀ ਜ਼ੁਬਾਨ ਤੇ ਸਲੀਕਾ ਬਰਕਰਾਰ ਰੱਖਦੇ। ਗਜ਼ ਲੰਬੀ ਗਾਲ ਕੱਢਦੇ ਹੋਏ ਵੀ ਚਾਚਾ ਜੀ, ਤਾਇਆ ਜੀ ਆਖਣੋਂ ਨਾ ਉੱਕਦੇ। ਬੇਸ਼ੱਕ ਹੁਣ ਕਿਲਾ ਸਲਾਮਤ ਨਹੀਂ ਸੀ। ਖੰਡਰ ਕਦੋਂ ਦੇ ਮਿਟ ਚੁੱਕੇ ਸਨ। ਕਿਲੇ ਅੱਗੇ ਕਾਫੀ ਅਰਸਾ ਰੁਲਦੀ ਰਹੀ ਕਾਠ ਦੀ ਕੁੜਕੀ ਵੀ ਸੜ ਗਲ ਚੁੱਕੀ ਸੀ। ਬੇਸ਼ਹੂਰੇ ਬੰਦਿਆਂ ਨੂੰ ਦੁਨੀਆ ਗੁਆਰ ਕਹਿੰਦੀ ਹੁੰਦੀ ਹੈ ਪੁੱਤ। ਚੱਜ ਸ਼ਹੂਰ ਨਾਲ ਗੱਲ ਕਰੀਦੀ ਹੈ। ਜਿਹਨੇ ਬੋਲਣਾ ਸਿੱਖ ਲਿਆ, ਸਮਝ ਲੈ ਉਹ ਬੰਦਾ ਬਣ ਗਿਆ। ਜਿਹਦੀ ਬੋਲ ਚਾਲ ਤੁਹਾਨੂੰ ਨਹੀਂ ਪਾਉਂਦੀ, ਉਹਨੂੰ ਪਸ਼ੂ ਸਮਝੋ। ਮੈਨੂੰ ਨਾਨੇ ਵੱਲੋਂ ਸੁਣਾਇਆ। ਫਿਰ ਇੱਕ ਲੰਬਾ ਪਖਾਣਾ ਚੇਤੇ ਆਇਆ। ਉਸ ਮੁਤਾਬਕ ਮੋਟੇ ਠੁੱਲੇ ਕਿੱਤਿਆਂ ਵਾਲੇ ਲੋਕ ਖਰਵਾ, ਕੌੜਾ, ਉੱਚਾ, ਫਿੱਕਾ ਬੋਲਦੇ। ਇਹਨਾਂ ਦੇ ਮੁਕਾਬਲੇ ਬਰੀਕ ਕਿਸਬ ਕਰਦੇ ਛੀਂਬੇ, ਸੁਨਿਆਰੇ, ਜੁਲਾਹੇ ਸਾਰੇ ਬਰੀਕ ਬੁੱਧੀ ਰੱਖਦੇ। ਇੰਜ ਬੋਲਦੇ ਚਰਨ ਸਿੰਘ ਦੇ ਬੁੱਲ ਬਿਲਕੁਲ ਨਾ ਦਿਸਦੇ। ਸਿਰਫ ਦਾੜੀ ਵਿੱਚ ਹਿਲਜੁਲ ਜਿਹੀ ਹੁੰਦੀ। ਸੰਘਣੀ ਖਿਚੜੀ ਦਾੜੀ ਨਾਲ ਇਕਮੁਕ ਹੋਈਆਂ ਜ਼ਰਾ ਹੋਰ ਕਾਲੀਆਂ ਮੁੱਛਾਂ ਤੋਂ ਉੱਤੇ ਉੱਭਰਮਾ ਨੱਕ, ਬਾਜ਼ ਅੱਖਾਂ ਤੋਂ ਉੱਪਰ ਟੋਟਣ ਤੱਕ ਫੈਲਿਆ ਚੌੜਾ ਮੱਥਾ ਦਿਖਾਈ ਦਿੰਦਾ। ਬਾਜ਼ ਅੱਖਾਂ ਤੋਂ ਉੱਪਰ ਟੋਟਣ ਤੱਕ ਫੈਲਿਆ ਚੌੜਾ ਮੱਥਾ ਦਿਖਾਈ ਦਿੰਦਾ। ਕੰਨਾਂ ਤੋਂ ਗਿੱਚੀ ਤੱਕ ਸਿਰ ਦੀਆਂ ਜੜ੍ਹਾਂ ਵਿੱਚ ਤਿੰਨ ਤਰਫ ਬੂਈ ਘਾਹ ਵਾਂਗ ਬਚੇ ਖੁਚੇ ਹੋਏ ਬਾਲਾਂ ਦੀ ਰਹਿੰਦ ਖੂੰਹਦ ਜਟਾਂ ਜਟੂਰੀਆਂ ਵਿੱਚ ਬਟੀ ਹੋਈ ਕਿਸੇ ਸਤਜੁਗੀ ਰਿਸ਼ੀ ਦਾ ਭੁਲੇਖਾ। ਇੰਜ ਬੋਲਦੇ ਚਰਨ ਸਿੰਘ ਦੇ ਬੁੱਲ ਬਿਲਕੁਲ ਨਾ ਦਿਸਦੇ। ਸਿਰਫ ਦਾੜੀ ਵਿੱਚ ਹਿਲਜੁਲ ਹੁੰਦੀ। ਸੰਘਣੀ ਖਿਚੜੀ ਦਾੜੀ ਨਾਲ ਇਕਮੁਕ ਹੋਈਆਂ ਜ਼ਰਾ ਹੋਰ ਕਾਲੀਆਂ ਮੁੱਛਾਂ ਤੋਂ ਉੱਤੇ ਉੱਭਰਮਾ ਨੱਕ, ਬਾਜ਼ ਅੱਖਾਂ ਤੋਂ ਉੱਪਰ ਟੋਟਣ ਤੱਕ ਫੈਲਿਆ ਚੌੜਾ ਮੱਥਾ ਦਿਖਾਈ ਦਿੰਦਾ। ਕੰਨਾਂ ਤੋਂ ਗਿੱਚੀ ਤੱਕ ਸਿਰ ਦੀਆਂ ਜੜ੍ਹਾਂ ਵਿੱਚ ਤਿੰਨ ਤਰਫ ਬੂਈ ਘਾਹ ਵਾਂਗ ਬਚੇ ਖੁਚੇ ਹੋਏ ਬਾਲਾਂ ਦੀ ਰਹਿੰਦ ਖੂੰਹਦ ਜਟਾਂ ਜਟੂਰੀਆਂ ਵਿੱਚ ਬਟੀ ਹੋਈ ਕਿਸੇ ਸਤਜੁਗੀ ਰਿਸ਼ੀ ਦਾ ਭੁਲੇਖਾ ਪਾਉਂਦੀ। ਮੇਰਾ ਧਿਆਨ ਬਾਗ ਦੇ ਰਾਖੇ ਜਮਾਲਦੀਨ ਗੁੱਜਰ ਦੀ ਕੁੱਲੀ ਵੱਲ ਚਲਿਆ ਗਿਆ, ਜਿੱਥੇ ਹੁਣੇ ਆਈ ਡੱਬੀ ਕੁੱਤੀ ਆਪਣੇ ਕਾਲੇ ਚਿੱਟੇ ਕਤੂਰਿਆਂ ਨੂੰ ਲੱਤ ਚੁੱਕੀ ਦੁੱਧ ਚੁੰਘਾ ਰਹੀ ਸੀ। ਟੌਂ ਟੌਂ ਕਰਦੇ ਕਤੂਰੇ ਇੱਕ ਦੂਜੇ ਨੂੰ ਮਿੱਧਦੇ, ਥਣ ਖੋਹਦੇ ਆਈ ਮਾਂ ਨੂੰ ਪਿਲਚ ਗਏ ਸਨ। ਹੁਣ ਸੁਣੇਗਾ ਵੀ। ਮੈਨੂੰ ਡੱਬੀ ਵੱਲ ਝਾਕਦੇ ਨੂੰ ਨਾਨਾ ਖਿੱਚ ਕੇ ਪਿਆ। ਸਾਡੀ ਮਾਂ ਤਾਂ ਇਹਨਾਂ ਪਸ਼ੂਆਂ ਤੋਂ ਵੀ ਭੈੜੀ ਨਿਕਲੀ ਪਾਸ਼ੀ ਪੁੱਤਰਾ। ਉਸ ਦੀਆਂ ਡੂੰਘੀਆਂ ਅੱਖਾਂ ਛਲਕੀਆਂ। ਮੈਂ ਹੈਰਾਨ ਪਰੇਸ਼ਾਨ ਤੱਕਦਾ ਰਿਹਾ। ਕੀ ਇਹ ਉਹੀ ਨਾਨਾ ਚਰਨ ਸਿੰਘ ਸੀ ਜਿਹੜਾ ਆਪਣੀ ਕਥਾ ਸੁਣਾਉਂਦਾ, ਬਾਹਣ ਵਿੱਚ ਬਾਲ ਬਣਿਆ ਕੁਰਲਾਉਂਦਾ ਫਿਰਦਾ? ਹੁਣੇ ਤਾਂ ਹਾਲੇ ਆਪਣੀ ਜੰਮਣ ਵਾਲੀ ਨੂੰ ਯਾਦ ਕਰਕੇ ਬਿਲਕਦਾ ਰਿਹਾ ਸੀ। ਮੈਂ ਇਤਰਾਜ਼ ਕੀਤਾ। ਓਏ ਮੈਂ ਆਪਣੀ ਜੰਮਣ ਵਾਲੀ ਮੋਹ ਮਮਤਾ ਦੀ ਮੂਰਤ ਸੱਚੀ ਸੁਥਰੀ ਮਾਂ ਨੂੰ ਯਾਦ ਕਰਦਾ ਤਾ, ਜਿਹੜੀ ਮਗਰੋਂ ਮਾਂ ਬਣ ਕੇ ਨਹੀਂ ਦਿਖਾ ਸਕੀ। ਸਾਨੂੰ ਦਰਵਾਜ਼ੇ 'ਚ ਸਿੱਟ ਕੇ ਕਿਸੇ ਹੋਰ ਨਾਲ ਤੁਰਦੀ ਬਣੀ। ਨਾਨੇ ਦੀਆਂ ਸੁਣਾਈਆਂ ਕਈ ਹੋਰ ਗੁੱਝੀਆਂ ਗੱਲਾਂ ਵਾਂਗ ਇਹ ਬੁਝਾਰਤ ਵੀ ਮੈਂ ਬਹੁਤ ਮਗਰੋਂ ਜਾ ਕੇ ਸਮਝ ਸਕਿਆ। ਉਸ ਵੇਲੇ ਟੋਕਦਾ ਤਾਂ ਥੱਪੜ ਪੈਣ ਦਾ ਡਰ ਸੀ। ਉਹਨਾਂ ਦੀ ਮਾਂ ਪ੍ਰੇਮੋਂ ਮਰੀ ਨਹੀਂ, ਸਗੋਂ ਨਿਕਲ ਗਈ ਸੀ। ਉੱਧਰ ਚੁੱਕੀ ਭੈਣ ਦੀ ਖਬਰ ਸੁਣ ਕੇ ਉਹਨਾਂ ਦਾ ਮਾਮਾ ਚੰਚਲ ਸਿੰਘ ਕਟਾਣੀ ਤੋਂ
ਰਾਏਪੁਰ ਆਇਆ। ਵੱਡੀ ਨਹਿਰ ਤੋਂ ਕੰਡੇਦਾਰ ਝਿੰਗਾਂ ਦਾ ਪ੍ਰਬੰਧ ਕਰਕੇ ਖੋਲਾ ਬਣ ਰਹੇ ਮਕਾਨ ਨੂੰ ਬਾੜ ਕੀਤੀ ਅਤੇ ਦੋਹਾਂ ਭਾਣਜਿਆਂ ਨੂੰ ਬਰਾਬਰੋ ਬਰਾਬਰ ਮੋਢਿਆਂ ਉੱਪਰ ਬਿਠਾਈ ਅੱਥਰੂ ਬਹਾਉਂਦਾ ਆਪਣੇ ਨਾਲ ਕਟਾਣੀ ਵੱਲ ਲੈ ਤੁਰਿਆ। ਕੁਝ ਅਰਸੇ ਬਾਅਦ ਚਰਨੇ ਬਚਨੇ ਦਾ ਚਾਚਾ ਜੰਗ ਸਿੰਘ ਮਲਾਇਆ ਤੋਂ ਸਹੀ ਸਲਾਮਤ ਰਾਏਪੁਰ ਪਹੁੰਚਿਆ। ਲੋਕਾਂ ਦੇ ਦੱਸਣ ਅਨੁਸਾਰ ਰਾਤ ਨੂੰ ਦਰਵਾਜ਼ੇ ਅੱਗੇ ਬਰੋਟੀਆਂ ਹੇਠ ਉਸਨੇ ਤਾਂਗਾ ਰੋਕਿਆ। ਭੜਕੀਆਂ ਹੋਈਆਂ ਚਾਮ ਚਿੜਕਾਂ ਨੇ ਇੱਕ ਲਖਤ ਚੀਂ-ਚਰੀਂ ਕੀਤੀ। ਜੰਗ ਸਿੰਘ ਦਹਿਲਿਆ ਨਹੀਂ, ਮਾਲ ਅਸਬਾਬ ਲਾ ਕੇ ਉਸਨੇ ਚਾਈਂ ਆਪਣੀ ਨੀਵੀਂ ਗਲੀ ਦਾ ਰੁਖ ਕੀਤਾ, ਪਰ ਅੱਗੇ ਸੁੰਨੇ ਘਰ ਨੂੰ ਬਾੜ ਗੱਡੀ ਹੋਈ ਸੀ। ਵਿਹੜੇ ਵਿੱਚ ਚੁੱਪ ਖੜੀ ਇਮਲੀ ਉੱਪਰ ਉੱਲੂ ਬੋਲ ਰਿਹਾ ਸੀ। ਉਹ ਆਪਣੇ ਜੱਦੀ ਪੁਸ਼ਤੀ ਘਰ ਮੂਹਰੇ ਖੜੋਤਾ ਝੂਰਦਾ ਰਿਹਾ। ਜਿਹੜੇ ਰੰਗੀ ਬਸਦੇ ਭਰੇ ਭੁਕੰਨੇ ਪਰਿਵਾਰ ਨੂੰ ਛੱਡ ਕੇ ਉਹ 12 ਵਰ੍ਹੇ ਪਹਿਲਾਂ ਮਲਾਇਆ ਸਿੰਘਾਪੁਰ ਗਿਆ ਸੀ, ਜਿਹੜਾ ਘਰ ਸਦਾ ਉਸਦੇ ਸੁਪਨਿਆਂ ਵਿੱਚ ਵਸਦਾ ਰਿਹਾ, ਅੱਜ ਉੱਜੜ ਚੁੱਕਾ ਸੀ। ਹਨੇਰੇ ਵਿੱਚ ਬੌਂਦਲੇ ਖੜੋਤੇ ਜੰਗ ਸਿੰਘ ਨੂੰ ਉੰਧਾਲੀ ਆਈ ਅਤੇ ਉਹ ਗਸ਼ ਖਾ ਕੇ ਕੱਚੀ ਬੀਹੀ ਵਿੱਚ ਡਿੱਗ ਪਿਆ। ਜਦੋਂ ਹੋਸ਼ ਪਰਤੀ ਤਾਂ ਉਹ ਆਪਣੇ ਹੱਕੀਆਂ ਦੇ ਮਕਾਨ ਵਿੱਚ ਵੱਡੇ ਪਲੰਘ ਉੱਤੇ ਪਿਆ ਸੀ। ਸਕਿਆਂ ਵਿੱਚੋਂ ਚਾਚੀ ਲੱਗਦੀ ਮਿਹਰ ਕੌਰ ਉਸ ਨੂੰ ਪੱਖਾ ਝੱਲ ਰਹੀ ਸੀ। ਉਸ ਦੇ ਲੱਕ ਦੁਆਲੇ ਬੰਨੀ ਬਾਂਸਲੀ ਗਾਇਬ ਸੀ। 2 ਟਰੰਕ ਸਾਹਮਣੇ ਰੱਖੇ ਜ਼ਰੂਰ ਦਿਸਦੇ, ਜਿਨ੍ਹਾਂ ਉੱਪਰ ਅੰਗਰੇਜ਼ੀ ਦੇ ਕਾਲੇ ਅੱਖਰਾਂ ਵਿੱਚ ਜੰਗ ਸਿੰਘ ਸਪੁੱਤਰ ਨਗੀਨਾ ਸਿੰਘ, ਰਾਏਪੁਰ, ਲੁਧਿਆਣਾ, ਪੰਜਾਬ, ਇੰਡੀਆ ਲਿਖਿਆ ਸੀ। ਟਰੰਕਾਂ ਵਿੱਚ ਉਸਦੇ ਭਰਾ ਜੱਬਰ ਸਿੰਘ ਤੇ ਭਰਜਾਈ ਪ੍ਰੇਮ ਕੌਰ ਲਈ ਕੱਪੜੇ ਸਨ। ਭਤੀਜੇ ਚਰਨੇ ਲਈ ਖਿਡੌਣੇ ਅਤੇ 2 ਬੈਟਰੀਆਂ ਸਮੇਤ ਕਾਫੀ ਨਿਕਸੁਕ ਸੀ। ਪਰ ਜਬਰੂ ਕਿੱਥੇ ਸੀ, ਪ੍ਰੇਮੋ ਕਿੱਥੇ ਸੀ, ਕੋਈ ਨਹੀਂ ਸੀ ਦੱਸ ਰਿਹਾ। ਦੂਜੀ ਸਵੇਰੋਂ ਹੰਬਲਾ ਮਾਰ ਕੇ ਉੱਠਿਆ, ਧੱਕੇ ਖਾਂਦਾ ਗਲੀ ਵਿੱਚ ਨਿਕਲਿਆ। ਆਪਣੀਆਂ ਅੱਖਾਂ ਨੂੰ ਇਤਵਾਰ ਦਿਵਾਉਣ ਲਈ ਉਸਨੇ ਮੁੜ ਆਪਣੇ ਮਕਾਨ ਦਾ ਰੁਖ ਕੀਤਾ। ਸੱਚਮੁੱਚ ਸਭ ਰੜਾ ਮੈਦਾਨ ਸੀ। ਸਬਾਤ ਢਹਿ ਚੁੱਕੀ ਸੀ। ਇੱਕ ਕੱਚੀ ਕੋਠੜੀ ਵੀ ਖੋਲਾ ਬਣੀ ਖੜੀ ਸੀ। ਸਬਾਤ ਅੰਦਰਲੀਆਂ ਦਾਣੇ ਫੱਕੇ ਵਾਲੀਆਂ ਕੋਠੀਆਂ ਜ਼ਰੂਰ ਸਲਾਮਤ ਸਨ। ਉਸਨੇ ਹੋਰ ਧਿਆਨ ਨਾਲ ਦੇਖਿਆ। ਮਿੱਠੇ ਥੰਦੇ ਵਾਲੀ ਕੋਠੀ ਦੀ ਫਾਟਕੀ ਗੁੰਮ ਸੀ। ਲਾਲ ਲੱਕੜ ਦੀ ਜਿਹੜੀ ਫਾਟਕੀ ਖੋਲ੍ਹ ਕੇ ਅੰਦਰ ਖੱਬੀ ਤਰਫ ਟਾਂਡ ਉੱਪਰ ਮੱਖਣੀ ਵਾਲਾ ਠੁੱਲਾ ਹਮੇਸ਼ਾ ਰੱਖਿਆ ਹੁੰਦਾ, ਜਿਸ ਵਿੱਚ ਮੱਖਣੀ ਦੇ ਪੇੜੇ ਹੇਠ ਜਾਗ ਲਈ ਲੱਸੀ ਸੰਭਾਲੀ ਹੁੰਦੀ। ਹੇਠਾਂ ਬਰਾਬਰੋ ਬਰਾਬਰ ਪਏ ਪੀਪਿਆਂ ਵਿੱਚ ਛਾਣੀ ਹੋਈ ਸ਼ੱਕਰ ਤੇ ਬੂਰਾ ਹਨੇਰੇ ਵਿੱਚ ਵੀ ਚਮਕਦਾ ਦਿਸ ਜਾਂਦਾ। ਉਹ ਕਦੇ ਬੂਰੇ ਕਦੇ ਸ਼ੱਕਰ ਦਾ ਇੱਕ ਬੁੱਕ ਭਰ ਕੇ ਥਾਲੀ ਵਿੱਚ ਪਾਉਂਦਾ, ਫਿਰ ਮੱਖਣ ਨੂੰ ਗਾਰੇ ਵਾਂਗ ਮਿੱਧ ਕੇ ਖਾਂਦਾ, ਹੱਥ ਨੱਕ ਬੁੱਲ੍ਹ ਲਵੇੜ ਲੈਂਦਾ। ਬੂਰਾ ਮੁੱਕਿਆ ਹੁੰਦਾ ਤਾਂ ਕੋਠੀ ਹੇਠੋਂ ਝੱਕਰਾ ਬਾਹਰ ਖਿੱਚਦਾ, ਦੇਸੀ ਖੰਡ ਦੀਆਂ 2-3 ਮੁੱਠੀਆਂ ਥਾਲੀ ਵਿੱਚ ਪਾ ਕੇ ਟੋਆ ਕਰਦਾ ਅਤੇ ਚੋਖਾ ਘਿਓ ਡੋਲ ਲੈਂਦਾ, ਜਿਸ ਵਿੱਚ ਉਂਗਲੀ ਫੇਰ ਕੇ ਪਾਣੀ ਵਾਂਗ ਪੀ ਜਾਂਦਾ। ਛਤੜੇ ਹੇਠੋਂ ਦੇਖਦੀ ਮਾਂ ਤਿਲ ਮਿਲਾਉਂਦੀ, ਬੇਲਣਾ ਚੁੱਕੀ ਬਾਹਰ ਆਉਂਦੀ, ਫੋਕੀਆਂ ਝੁੜਕਾਂ ਮਾਰਦੀ, ਵੇ ਗੱਡ ਹੋਣੀ ਦਿਆ ਜੰਗਿਆ, ਇਹ ਸੁੱਚਾ ਘਿਓ ਤਾਂ ਸਿੰਘਾਂ ਸ਼ਹੀਦਾਂ ਦੀ ਸੁੱਖ ਲਾਉਣ ਖਾਤਰ ਚੱਕ ਕੇ ਰੱਖਿਆ ਤਾ। ਐਸੇ ਦਸਵੀਂ ਨੂੰ ਆਪਾਂ ਸੁੱਚ ਖੋਲ੍ਹਣੀ ਔਰ ਸਿੱਖਾਂ ਨੂੰ ਭੋਜਨ ਛਕਾਉਣਾ, ਤੈਂ ਪਹਿਲਾਂ ਕਿਉਂ ਪਿੰਗਣਾ ਪਾਤੀ ਬੇਸ਼ਰਮਾ। ਇੱਕ ਵਾਰੀ ਫੇਰ ਜੰਗ ਸਿੰਘ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਘਮੇਰ ਆਉਂਦੀ ਪ੍ਰਤੀਤ ਹੋਈ। ਉਸੇ ਥੰਦੀ ਕੋਠੀ ਦੀ ਪਿਲਪਲੀ ਬਾੜ ਨੂੰ ਹੱਥ ਪਾਇਆ, ਮਸਾਂ ਹੀ ਡਿੱਗਣੋਂ ਬਚਿਆ। ਖੋਲੇ ਵਿੱਚੋਂ ਇੱਕ ਖਰਚ ਖਾਧਾ ਕੁੱਤਾ ਪਿੰਡਾ ਝੰਡਕਦਾ ਭੱਜ ਕੇ ਬਾਹਰ ਨਿਕਲਿਆ ਤਾਂ ਉਹ ਸੁਰਤ ਸਿਰ ਹੋਇਆ। ਘਿਓ ਬੂਰਾ ਪਾਉਣ ਵਾਲੀ ਬੇਬੇ ਪਤਾ ਨਹੀਂ ਹੁਣ ਕਿਹੜੇ ਲੋਕ ਵਿੱਚ ਵੱਸਦੀ ਹੋਵੇਗੀ। ਮਾਂ ਦੇ ਮਰਨ ਮਗਰੋਂ ਆਈ ਭਰਜਾਈ ਪ੍ਰੇਮ ਕੌਰ ਨਵਾਂ ਚੰਦ ਚੜ੍ਹਾ ਕੇ ਗਾਇਬ ਹੋ ਚੁੱਕੀ ਸੀ। ਕੱਖਾਂ ਕਾਨਿਆਂ ਨਾਲ ਬਣੀ ਰਸੋਈ ਦੀ ਥਾਂ ਡੂੰਘੀ ਘਚੋਰ ਜਿਹੀ ਨਜ਼ਰ ਆਈ। ਸਾਰੇ ਵਿਹੜੇ ਵਿੱਚੋਂ ਲੋਕਾਂ ਨੇ ਉੱਜੜ ਗਏ ਸਮਝ ਕੇ ਮਿੱਟੀ ਪੁੱਟਦਿਆਂ ਡੂੰਘੇ ਮਟਿਆਨੇ ਬਣਾ ਦਿੱਤੇ ਸਨ। ਉਸ ਨੂੰ ਖੁਰਪਿਆਂ ਨਾਲ ਮਿੱਟੀ ਖੁਰਲਦੀਆਂ ਬੇਖੌਫ ਔਰਤਾਂ ਦਿਖਾਈ ਦਿੱਤੀਆਂ, ਜਿਹੜੀਆਂ ਉਸ ਮਿੱਟੀ ਨਾਲ ਆਪਣੇ ਚੁੱਲ੍ਹੇ ਚੌਕੇ ਸਵਾਰਨਗੀਆਂ, ਤਲੀ ਦੇਣਗੀਆਂ ਤੇ ਬਨੇਰੇ ਲਿਪਣਗੀਆਂ। ਰਹਿੰਦੀ ਖੂੰਦੀ ਨਾਲ ਡੰਗਰਾਂ ਹੇਠਲੇ ਟੋਏ ਭਰਨਗੀਆਂ। ਉਸ ਨੂੰ ਗੁੱਸਾ ਆਇਆ। ਹਰਾਮਜ਼ਾਦੀਓ, ਇੰਨੀ ਮਤਲਬ ਪ੍ਰਸਤੀ, ਇੰਨੀ ਕਮੀਨਗੀ।
ਸਾਨੂੰ ਉੱਜੜ ਗਏ ਤਕਾ ਲਿਆ। ਸਾਡਾ ਘਰ ਟੋਇਆਂ 'ਚ ਬਦਲ ਸੋਚਾਂ ਨੂੰ ਨਾ ਸਹਾਰਦਾ ਹੋਇਆ ਉਹ ਮੁੜ ਬੇਸੁਰਤ ਹੋ ਕੇ ਡਿੱਗ ਪਿਆ। ਟੋਏ ਪੁੱਟਣ ਵਾਲੀਆਂ ਤੀਵੀਆਂ ਵਿੱਚੋਂ ਕਿਸੇ ਨੇ ਉਸਦੇ ਮੂੰਹ ਉੱਪਰ ਪਾਣੀ ਦੇ ਛਿੱਟੇ ਮਾਰੇ। ਉਹ ਅੱਖਾਂ ਝਮਕਦਾ ਡਿੱਗਦਾ ਢਹਿੰਦਾ ਆਪਣੇ ਹੱਕੀਆਂ ਦੇ ਮਕਾਨ ਵਿੱਚ ਜਾ ਪਿਆ। ਉਸਦਾ ਹੋਰ ਇੱਥੇ ਕੌਣ ਸੀ? ਕੁਝ ਦਿਨਾਂ ਮਗਰੋਂ ਟਰੰਕਾਂ ਦਾ ਖਿਆਲ ਆਇਆ। ਉਹ ਗਵਾਚਿਆ ਜਿਹਾ ਇੱਧਰ ਉੱਧਰ ਝਾਕਦਾ ਸ਼ਰੀਕਾਂ ਦੇ ਸਾਰੇ ਖੱਲ ਖੂੰਜੇ ਭਾਲਦਾ ਰਿਹਾ। ਅਖੀਰ ਮੇਹਰ ਕੌਰ ਨੂੰ ਪੁੱਛਿਆ, ਮੈਨੂੰ ਕੋਈ ਪਤਾ ਨਹੀਂ ਪੁੱਤ, ਮੇਰੀ ਕਿਹੜੀ ਇੰਨੀ ਨਿਗਾਹ ਹੈਗੀ ਮਲਵੇ। ਭਾਬੀਆਂ ਨੂੰ ਪੁੱਛਿਆ, ਮਨੁੱਖਾਂ ਨੂੰ ਪਤਾ ਹੋਊ ਭਾਈ ਜੀ, ਅਸੀਂ ਕਿਆ ਕਹਿ ਸਕਦੀਆਂ। ਭਰਾਵਾਂ ਨੂੰ ਪੁੱਛਿਆ, ਤੈਨੂੰ ਬੇਵਸਾਹੀ ਕਿਉਂ ਪਈ ਹੈ? ਕਿਧਰੇ ਨਹੀਂ ਜਾਂਦੇ ਤੇਰੇ ਬਕਸੇ? ਉਹਨਾਂ 'ਚ ਤੈਂ ਕਿਹੜੇ ਹੁੰਡ ਸੰਭਾਲੇ ਪਏ ਨੇ? ਵੱਡਾ ਭਰਾ ਖਿੱਚ ਕੇ ਪਿਆ। ਜੰਗ ਸਿੰਘ ਇੱਕਦਮ ਕੱਪੜਿਆਂ ਤੋਂ ਬਾਹਰ ਹੋ ਗਿਆ। ਓਏ ਲੁਟੇਰਿਓ, ਮੇਰੀ ਸਾਰੀ ਕਮਾਈ ਹੋਰ ਕਿੱਥੇ ਚਲੀ ਗਈ? ਮੇਰੀਆਂ ਬਾਂਸਲੀਆਂ, ਮੇਰੇ ਟਰੰਕ, ਕੱਪੜਾ ਲੱਤਾ। ਉਹ ਤੜਫਣ ਲੱਗਿਆ। ਹੱਕੀਆਂ ਨੇ ਉਸਦੀ ਇੱਕ ਨਾ ਸੁਣੀ। ਤੈਨੂੰ ਅੱਧ ਮਰੇ ਨੂੰ ਤੁਹਾਡੇ ਖੋਲੇ ਮੂਹਰਿਓਂ ਚੱਕਿਆ ਤਾਂ ਸਾਨੂੰ ਨਹੀਂ ਪਤਾ ਤੇਰੇ ਟਰੰਕਾਂ ਧਰੋਹਰਾਂ ਦਾ। ਨੇਕੀ ਕੀਤੀ ਦਾ ਚੰਗਾ ਬਦਲਾ ਚੁਕਾਉਣ ਲੱਗਿਆ। ਸਭ ਤਰਫੋਂ ਕੋਰਾ ਜਵਾਬ ਸੀ। ਉਹ ਟਰੰਕ ਤਾਂ ਪਰਸੋਂ ਤੱਕ ਇਹ ਬਰਾਂਡੇ 'ਚ ਪਏ, ਇਹਨਾਂ ਅੱਖਾਂ ਨਾਲ ਮੈਂ ਦੇਖੇ ਨੇ। ਜੰਗ ਸਿੰਘ ਨੇ ਮੱਥੇ ਹੱਥ ਮਾਰਿਆ। ਚੱਕ ਲੈਂਦਾ ਫੇਰ? ਉਸੇ ਵਕਤ ਸੰਭਾਲ ਲੈਂਦਾ। ਤੈਨੂੰ ਸੁਪਨਾ ਆਇਆ ਹੋਊ। ਝੂਠੇ ਦੋਸ਼ ਲਾ ਕੇ ਸਾਡੀ ਸਾਰੀ ਕਰੀ ਕਤਰੀ ਨੂੰ ਖੂਹ 'ਚ ਪਾਉਣਾ ਕਰੀ ਖੋਆ। ਹੱਕੀ ਭੜਕ ਗਏ। ਉਸ ਦੀ ਸੁਣਨ ਵਾਲਾ ਕੋਈ ਨਹੀਂ ਸੀ। ਕਿਸ ਅੱਗੇ ਦਾਦ ਫਰਿਆਦ ਕਰਦਾ? ਰਾਤ ਵੇਲੇ ਆਇਆ, ਕਿਸ ਨੇ ਦੇਖਿਆ ਸੀ? ਉਹ ਆਪਣੇ ਪਿੰਡ ਵਿੱਚ ਇਕੱਲਾ ਸੀ। ਪੰਚਾਇਤੀ ਮੋਹਤਬਰ ਵੀ ਪਿੰਡ 'ਚ ਵੱਸਦੇ ਨੇੜ ਸਕਿਆਂ ਦੇ ਬਣ ਗਏ ਸਨ। ਜੰਗ ਸਿੰਘ ਖਫਾ ਖੂਨ ਹੋਇਆ, ਬੇਸਿਰ ਪੈਰ ਗੱਲਾਂ ਮਾਰਨ ਲੱਗਿਆ। ਹਰੇਕ ਨੂੰ ਕੁੱਟਣ ਨੂੰ ਪੈਂਦਾ। ਮੇਰੋ ਮਾਈ ਦੇ ਸਾਰੇ ਟੱਬਰ ਨੂੰ ਗਾਲਾਂ ਕੱਢਦਾ, ਫਿਟਕਾਰਦਾ, ਖਬਰਸਾਰ ਲੈਣ ਆਇਆਂ ਦੇ ਪਿੱਛੇ ਭੱਜਦਾ, ਸਭ ਨੂੰ ਖੁਫੀਆ ਪੁਲਿਸ ਦੇ ਕੁੱਤੇ ਆਖਦਾ। ਸਕੇ ਸੰਬੰਧੀਆਂ ਨੇ ਉਸ ਨੂੰ ਖੇਤਾਂ ਵਿੱਚ ਭੱਜਦੇ ਨੂੰ ਇੱਕ ਦਿਨ ਮਸਾਂ ਕਾਬੂ ਕੀਤਾ। ਸੰਗਲਾਂ ਨਾਲ ਜਕੜ ਕੇ ਨਵਾਰੀ ਪਲੰਘ ਨਾਲ ਨਰੜ ਦਿੱਤਾ। ਸਿਆਲ ਉੱਤਰ ਆਇਆ ਤਾਂ ਸੱਚਮੁੱਚ ਪਾਗਲ ਹੋਇਆ ਜੰਗਾ ਦਿਨ ਵੇਲੇ ਆਪਣੀ ਕੋਠੜੀ ਵਿੱਚ ਬੰਨਿਆ ਚਾਂਗਰਾ ਮਾਰਦਾ, ਰਾਤ ਨੂੰ ਭੁੰਜੇ ਲਿਟਦਾ ਬਿਰਲਾਪ ਕਰਦਾ। ਚਾਚੀ ਮੇਰੋ, ਦੋਵੇਂ ਭਰਜਾਈਆਂ ਅਤੇ ਉਹਨਾਂ ਦੇ ਜਵਾਕ ਡਰਦੇ ਉਸ ਦੇ ਨੇੜੇ ਨਾ ਟੁਕਦੇ। ਸਿਰਫ ਉਹ ਵੱਡੇ ਭਰਾ ਜੈਮਲ ਤੋਂ ਡਰਦਾ, ਜਿਹੜਾ 3 ਵੇਲੇ ਦੀ ਰੋਟੀ ਫੜਾਉਂਦਾ। ਉਸ ਨੂੰ ਅਵਾ ਤਵਾ ਬੋਲਦਾ, ਪਸ਼ੂ ਵਾਂਗ ਸੰਗਲ ਤੋਂ ਫੜ ਕੇ ਬਾਹਰ ਅੰਦਰ ਬੰਨ੍ਹਦਾ। ਅੱਖਾਂ ਕੱਢਦੇ ਜੰਗੇ ਦੀ ਕਦੇ ਕਦਾਈ ਤੂਤ ਦੀ ਸ਼ਮਕ ਨਾਲ ਸੇਵਾ ਵੀ ਕਰ ਦਿੰਦਾ। ਜੰਗ ਸਿੰਘ ਸੁੱਕ ਕੇ ਤੀਲਾ ਹੋ ਗਿਆ। ਖੁਸ਼ਕ ਚਮੜੀ ਹੱਡੀਆਂ ਨਾਲ ਚਿਪਕ ਗਈ। ਗਰਮੀ ਆ ਚੁੱਕੀ ਸੀ। ਇੱਕ ਕੜਕਦੀ ਦੁਪਹਿਰ ਆਪਣੇ ਜੱਦੀ ਪੁਸ਼ਤੀ ਮਕਾਨ ਵਿੱਚ ਨਰੜਿਆ। ਉਹ ਭੁੰਜੇ ਡਿੱਗ ਪਿਆ। ਭੁੱਖੇ ਪਿਆਸੇ ਤੜਫਦੇ ਨੇ ਪਤਾ ਨਹੀਂ ਕਿਹੜੇ ਵੇਲੇ ਪ੍ਰਾਣ ਤਿਆਗ ਦਿੱਤੇ। ਕਿਸੇ ਰਿਸ਼ਤੇਦਾਰੀ ਵਿੱਚੋਂ ਵਿਆਹ ਜਾ ਕੇ ਡੂੰਘੀ ਰਾਤ ਮੁੜੇ ਜੈਮਲ ਨੇ ਉਸ ਨੂੰ ਟੋਹ ਕੇ ਦੇਖਿਆ। ਉਸ ਦਾ ਸਾਹ ਚੱਲਦਾ ਪ੍ਰਤੀਤ ਹੋਇਆ। ਝਟਪਟ ਵੇਲ ਖੋਲ੍ਹ ਦਿੱਤੀ। ਜੇ ਬੰਨਿਆ ਮਰ ਗਿਆ ਤਾਂ ਕਚੀਲ ਬਣ ਕੇ ਸਾਰੇ ਕਬੀਲੇ ਨੂੰ ਤੰਗ ਪਰੇਸ਼ਾਨ ਕਰਿਆ ਕਰੇਗਾ। ਮੁਰਦਾ ਬਾਂਹ ਵਿੱਚ ਵਿੜੇ ਸੰਗਲ ਨੂੰ ਖੋਲ੍ਹਣ ਵੇਲੇ ਜੈਮਲ ਦੀਆਂ ਉਂਗਲੀਆਂ ਹਨੇਰੇ ਵਿੱਚ ਕਚਲਹੂ ਅਤੇ ਪਿਲਪਲੇ ਮਾਸ ਨਾਲ ਲਿਬੜ ਗਈਆਂ ਤਾਂ ਉਹ ਕੂਕ ਮਾਰ ਕੇ ਘਰ ਵੜ ਭੱਜਿਆ ਜਾਂਦਾ ਲੋਕਾਂ ਨੇ ਦੇਖਿਆ ਸੀ। ਕਟਾਣੀ ਵਾਲੇ ਚੰਚਲ ਸਿੰਘ ਨੂੰ ਇਹ ਬੁਰੀ ਖਬਰ ਦੂਜੇ ਦਿਨ ਬਾਅਦ ਦੁਪਹਿਰ ਮਿਲੀ। ਉਸਨੇ ਚਰਨ ਬਚਨ ਦੋਹਾਂ ਭਾਣਜਿਆਂ ਨੂੰ ਉਂਗਲੀ ਲਾਇਆ ਤਾਂ ਕਿ ਉਹ ਆਪਣੇ ਪਰਿਵਾਰ ਦੇ ਆਖਰੀ ਬਿਡਾਰੂ ਦਾ ਜਾਂਦੀ ਵਾਰੀ ਮੂੰਹ ਤਾਂ ਦੇਖ ਲੈਣ। ਦਿਨ ਛਿਪਣ ਤੋਂ ਪਹਿਲਾਂ ਤਿੰਨੇ ਜਣੇ ਰਾਏਪੁਰ ਪਹੁੰਚ ਗਏ, ਪਰ ਉਦੋਂ ਤੱਕ ਮਿੱਟੀ ਸਮੇਟੀ ਜਾ ਚੁੱਕੀ ਸੀ। ਬਲਦੇ ਸਿਵੇ ਨੂੰ ਸਿਰ ਝੁਕਾ ਕੇ ਬਾਹਰ ਦੀ ਬਾਹਰ ਮੜੀਆਂ ਵਿੱਚੋਂ ਹੀ ਪਿੱਛੇ ਮੁੜੇ ਉਹ ਤਿੰਨੇ ਡੂੰਘੀ ਰਾਤ ਕਟਾਣੀ ਪਰਤ ਗਏ। ਇਸ ਤੋਂ ਅੱਗੇ ਨਾਨਾ ਚਰਨ ਸਿੰਘ ਬੋਲ ਨਹੀਂ ਸਕਿਆ। ਖੰਘਣ ਦੇ ਬਾਵਜੂਦ ਉਸਦੀ ਆਵਾਜ਼ ਨਹੀਂ ਨਿਕਲੀ। ਗਿੱਲੇ ਨੈਣਾਂ ਨਾਲ ਸਾਹਮਣੇ ਦੇਖਦਾ ਪਤਾ ਨਹੀਂ ਕਿਹੜੇ ਡੂੰਘੇ ਬਹਿਣਾ ਵਿੱਚ ਬਹਿ ਤੁਰਿਆ। ਕੱਖ ਕਾਨਿਆਂ ਦੀ ਕੁੱਲੀ ਵਿੱਚ ਕਤੂਰਿਆਂ ਨੂੰ ਦੁੱਧ ਝੁਕਾਉਂਦੀ ਰਹੀ ਡੱਬੀ ਕੁੱਤੀ ਥਣ ਛੁਡਾ ਕੇ ਜਾ ਚੁੱਕੀ ਸੀ। ਉਹ ਪਾਸ਼ੀ ਨੂੰ ਪੁਰਾਣੇ ਕਿੱਸੇ ਨਾ ਸੁਣਾਇਆ ਕਰ ਬੜੇ ਭਾਈ, ਜਵਾਕ ਸੁਣ ਕੇ ਦਹਿਲ ਜਾਊ। ਸਾਡੀ ਰੋਟੀ ਲੈ ਕੇ ਆਏ ਸਾਊ ਨਾਨੇ ਨੇ ਸ਼ਾਇਦ ਵੱਡੇ ਭਰਾ ਨੂੰ ਪਰਨੇ ਨਾਲ ਅੱਖਾਂ ਪੂੰਝਦਾ ਦੂਰੋਂ ਦੇਖ ਲਿਆ ਸੀ। ਤੂੰ ਤਾਂ ਕੰਨ ਨਹੀਂ ਧਰਦਾ। ਜਿੱਦਣ ਦਾ ਅੰਮ੍ਰਿਤ ਛਕ ਕੇ ਨਿਹੰਗ ਬਣਿਆ। ਹੋਰ ਸੁਣਾਵਾਂ ਕਿਹਨੂੰ?
ਵੱਡਾ ਨਾਨਾ ਭੁੱਬ ਮਾਰਨ ਵਾਂਗ ਬੋਲਿਆ, ਸੁਣਾਏ ਬਗੈਰ ਤੇਰਾ ਕਿਉਂ ਨਹੀਂ ਸਰਦਾ? ਦੱਬੇ ਮੁਰਦੇ ਪੱਟਣ ਦਾ ਕੋਈ ਫਾਇਦਾ ਹੈ? ਤੂੰ ਮਰਿਆਂ ਨੂੰ ਮੋੜ ਲਿਆਵੇਂਗਾ। ਬਚਨਾ ਤਲਖੀ ਅਖਤਿਆਰ ਕਰ ਗਿਆ। ਕੇਰਾਂ ਮਰਿਆ ਹੋਇਆ ਮੁੜਦਾ ਕੋਈ ਵੀ ਨਹੀਂ, ਪਰ ਇੰਨੀ ਛੇਤੀ ਮੋਏ ਬੰਦੇ ਭੁਲਾਏ ਵੀ ਨਹੀਂ ਜਾਂਦੇ। ਨਪੈਥਰ ਬੰਦਿਆ, ਆਪਣਾ ਮਨ ਹੌਲਾ ਕਿੱਕਣ ਕਰਾਂ। ਚਰਨ ਸਿੰਘ ਨੇ ਦੇ ਜਿਵੇਂ ਮੁੜ ਆਰ ਚੁੱਭ ਗਈ। ਬਚਨ ਸਿੰਘ ਉਸ ਨੂੰ ਮੁਸਕੜੀਆਂ ਹੱਸਦਾ ਜਾਪਿਆ। ਉਹ ਵੱਡੇ ਭਰਾ ਨੂੰ ਹਮੇਸ਼ਾ ਖਿਜਾ ਕੇ ਖੁਸ਼ ਹੁੰਦਾ, ਖਾਸ ਕਰਕੇ ਜਦੋਂ ਨਾਨਾ ਚਰਨ ਸਿੰਘ ਪਿਸ਼ਾਬ ਕਰਨ ਵੇਲੇ ਔਰਤਾਂ ਵਾਂਗ ਪਿੱਛੇ ਪੱਲਾ ਸੁੱਟੀ ਭੁੰਜੇ ਬੈਠਾ ਕਿੰਨੀ ਦੇਰ ਤੱਕ ਮੂਤੀ ਜਾਂਦਾ। ਉੱਧਰ ਨਾ ਜਾਇਓ ਓਏ ਪਾਸ਼ੀ, ਉੱਧਰ ਸਾਡਾ ਬੜਾ ਭਾਈ ਚੀਤਾ ਕਰ ਰਿਹਾ। ਨਾਨਾ ਬਚਨ ਮੁਸ਼ਕੂਲਾ ਕਰਦਾ, ਆਪਣੇ ਬਚਪਨ ਵਾਲੀ ਪੁਰਾਣੀ ਬੋਲੀ ਬੋਲਦਾ। ਵੱਡਾ ਨਾਨਾ ਜ਼ਮੀਨ ਨਾਲ ਘਿਸਰਦੇ ਕਮੀਜ਼ ਨੂੰ ਪਲੀਤ ਹੋਣ ਤੋਂ ਬਚਾਉਂਦਾ ਕਚੀਚੀ ਵੱਟਦਾ। ਇੱਕ ਤਾਂ ਪਹਿਲਾਂ ਕਮਲੀ ਤੀ, ਦੂਈ ਪੈ ਗਈ ਸਿਵਿਆਂ ਦੇ ਰਾਹ। ਉਹ ਪੱਬਾਂ ਪਰ ਬੈਠਾ ਬਿਠਾਇਆ ਗੜ ਕੇ ਨਾ ਆਖਦਾ, ਤੈਨੂੰ ਭੰਗ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਣਾ, ਜਿਹੜੀ ਨਿੱਤੇ ਘੋਟ ਘੋਟ ਡੱਫੀ ਜਾਂਦਾ। ਬਾਜਾ ਕਮਲਾ ਬਣਾ ਕੇ ਛੱਡੂ। ਸਧਾਰਨ ਮਤਾ ਤੇਰਾ ਪਹਿਲਾਂ ਹੀ ਹੈਗਾ। ਮੈਂ ਕਿਹਾ ਸੁੱਖਾ ਤਾਂ ਹਾਥੀਆਂ ਨੂੰ ਵੀ ਸਿੱਟ ਲੈਂਦਾ। ਪਰ ਨਾਨਾ ਬਚਨ ਸਿੰਘ ਇੰਨੀਆਂ ਝਿੜਕੀਆਂ ਸੁਣ ਕੇ ਵੀ ਹੱਸਦਾ। ਜੇ ਵੱਡਾ ਨਾਨਾ ਕਦੇ ਕਦਾਈ ਆਪਣੀਆਂ ਗ੍ਰੰਥਾਕਾਰੀ ਗੱਲਾਂ ਸੁਣਾ ਰਿਹਾ ਹੁੰਦਾ ਤਾਂ ਨਿਹੰਗ ਨੂੰ ਉਹ ਹਾਸੋਹੀਣੀਆਂ ਜਾਪਦੀਆਂ। ਤਾਂ ਹੀ ਉਹ ਸਾਨੂੰ ਸਿੱਧਾ ਸੰਬੋਧਨ ਹੁੰਦਾ, ਇੱਧਰ ਕੰਨ ਕਰੋ ਓਏ ਦੋਤਿਓ, ਇਸ ਲੱਕੜ ਧੂਣੇ ਤੋਂ ਖਹਿੜਾ ਛਡਾ ਕੇ ਤੁਸੀਂ ਵਕਤ ਸਿਰ ਪੜ੍ਹ ਲਿਆ ਕਰੋ, ਪੜ੍ਹਾਈ ਤੋਂ ਨਾ ਖੁੰਝ ਜਾਇਓ। ਇਹਦੇ ਕੋਲ ਗਿਆਨ ਗੋਸ਼ਟ ਕੋਈ ਨਹੀਂ, ਇਹ ਸਭ ਕਾਲੂ ਬਾਹਮਣ ਵਰਗਿਆਂ ਤੋਂ ਸੁਣੇ ਢਕੌਂਸਲੇ ਨੇ। ਬੇਲੜਾ ਤੋਂ ਸੁਣ ਕੇ ਕੰਠ ਕੀਤੀਆਂ ਡੱਬ ਖੜੱਬੀਆਂ ਗੱਲਾਂ ਜਿੰਨੀਆਂ ਮਰਜ਼ੀ ਸੁਣੀ ਜਾਓ, ਤਾਂ ਹੀ ਹਾਲੇ ਵੀ ਇਹ ਆਪਣੇ ਆਪ ਨੂੰ ਹਿੰਦੂ ਦੱਸੀ ਜਾਂਦਾ। ਖਾਲਸੇ ਦੇ ਬੋਲ ਬਾਲੇ ਹੁੰਦੇ, ਇਹਨੂੰ ਦਿਖਾਈ ਕੋਈ ਨਹੀਂ ਦਿੰਦੇ। ਨਾਨਾ ਬਚਨਾ ਵੀ ਅਜਿਹੇ ਮੌਕੇ ਤਲਖ ਹੋਇਆ ਜਾਪਦਾ, ਭਾਵੇਂ ਉਹ ਸਦਾ ਖਚਰੀ ਹਾਸੀ ਹੱਸਦਾ। ਓਏ ਤੂੰ ਆਪਣੇ ਧੰਦੇ ਲੱਗ ਭਾਈ ਜਾ ਕੇ, ਮੈਂ ਤਾਂ ਉਹ ਹਿੰਦੂ ਹੀ ਚੰਗਾ ਹੈਗਾ, ਮੈਨੂੰ ਚਰਨਾ ਕਿਹਾ ਕਰ। ਕੋਈ ਲੋੜ ਨਹੀਂ ਚਰਨ ਸੂ ਆਖਣ ਦੀ, ਤੁਸੀਂ ਵੀ ਆਕਾਸ਼ੋਂ ਨਹੀਂ ਉਤਰੇ, ਸਾਡੇ 'ਚੋਂ ਹੀ ਨਿਕਲਿਓ। ਬਾਹਲਾ ਆਇਆ ਮਰਜ਼ਾਦਾ ਵਾਲਾ ਸਿੰਘ ਸੂਰਮਾ। ਉਦਣ ਵੀ ਢਾਬ ਕੰਢੇ ਅੰਬਾਂ ਹੇਠ ਬੈਠਾ ਵੱਡਾ ਨਾਨਾ ਛੋਟੇ ਨੂੰ ਭੱਜ ਕੇ ਪਿਆ ਸੀ। ਜਿਹੜੇ ਅੱਖਰ ਇਹਦੇ ਖਾਨੇ 'ਚ ਮੈਂ ਪਾ ਦੇਣੇ ਨੇ, ਇਹਨੂੰ ਜ਼ਿੰਦਗੀ ਭਰ ਨਹੀਂ ਭੁੱਲਣੇ। ਮੈਂ ਪੂਰੇ ਵਿਦਵਾਨ ਬੰਦਿਆਂ ਦੀ ਸੰਗਤ ਕੀਤੀ ਹੋਈ ਹੈ। ਤੇਰੇ ਵਾਂਗੂ ਭੇਖੀ ਥੇਗੜੂਆਂ ਦੀਆਂ ਜਿਬੜੀਆਂ ਸੁਣ ਕੇ ਆਪਣਾ ਵਕਤ ਬਰਬਾਦ ਨਹੀਂ ਕੀਤਾ। ਹੁਣ ਵੀ ਹੱਸ-ਹੱਸ ਦੂਰੇ ਹੁੰਦੇ ਸਾਊ ਨਾਨੇ ਵੱਲ ਸੋਟੀ ਖੜਕਾਉਂਦਾ ਚਰਨ ਸਿੰਘ ਇੰਝ ਉੱਠਿਆ ਜਿਵੇਂ ਆਪਣੇ ਖੂੰਡੇ ਨਾਲ ਸੱਚਮੁੱਚ ਬਚਨ ਸਿੰਘ ਦਾ ਖੋਪੜ ਲਾਲ ਕਰ ਦੇਵੇਗਾ, ਹੱਡੀ ਪਸਲੀ ਤੋੜ ਕੇ ਸਾਹ ਲਵੇਗਾ। ਮੇਰੀ ਬ੍ਰਹਮ ਵਿੱਦਿਆ ਚੱਲਦੀ ਹੋਵੇ, ਤੂੰ ਢਕਿਆ ਰਿਹਾ ਕਰ। ਚਾਹ ਦਾ ਡੋਲੂ ਆ ਰੋਟੀਆਂ ਇੱਥੇ ਰੱਖ ਕੇ ਡੰਡੀ ਫੜ ਲੈ ਆਪਣੀ, ਜਾ ਕੇ ਭੁੱਖੇ ਤੇ ਆਏ ਮੁੰਡਿਆਂ ਦਾ ਦੁਪਹਿਰਾ ਉੱਪੜਦਾ ਕਰ। ਬਾਹਲਾ ਆਇਆ ਬਖਿਆਨ ਸੁਣਾਉਣ ਵਾਲਾ। ਨਾਨਾ ਚਰਨ ਸਿੰਘ ਬੁੜਕ ਰਿਹਾ ਸੀ। ਅੰਬਾਂ ਵਿੱਚ ਆ ਉਤਰੇ ਤੋਤਿਆਂ ਵੱਲ ਗੋਪੀਆ ਲਹਿਰਾਉਂਦਾ ਜਮਾਲਦੀਨ ਗੁੱਜਰ ਪਤਾ ਨਹੀਂ ਕਿੱਧਰੋਂ ਆ ਗਿਆ। ਵਾਹ ਜੀ ਵਾਹ, ਨਹੀਂ ਰੀਸਾਂ ਓਏ ਸਾਡੇ ਵੱਡੇ ਵੀਰਾਂ ਦੀਆਂ। ਉਸ ਵੱਲ ਤਵੱਜੋ ਦਿੱਤੇ ਬਗੈਰ ਸਾਊ ਨਾਨਾ ਅੱਗੇ ਤੁਰ ਗਿਆ। ਉਸਨੇ ਅਜੇ ਸਾਉਣੀ ਬੀਜ ਦੇ ਸਾਡੇ ਦੋਹਾਂ ਮਾਮਿਆਂ ਦੀ ਰੋਟੀ ਪਹੁੰਚਦੀ ਕਰਨੀ ਸੀ।